ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡਾਉਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਜੀ। ਭਈ ਗਿਲਾਨ ਜਗਤ ਵਿੱਚ, ਚਾਰ ਵਰਨ ਆਸ਼ਰਮ ਉਪਾਏ। 10 ਨਾਮ ਸੰਨਿਆਸੀਆਂ, ਜੋਗੀ 12 ਪੰਥ ਚਲਾਏ। ਜੰਗਮ ਅਤੇ ਸਰੇਵੜੇ, ਦਗੇ ਦਿਗੰਬਰ ਵਾਦ ਕਰਾਏ। ਬ੍ਰਹਮਣ ਬਹੁ ਪ੍ਰਕਾਰ ਕਰ, ਸ਼ਾਸਤਰ ਵੇਦ ਪੁਰਾਣ ਲੜਾਏ। ਖਟ ਸ਼ਾਸਤਰ ਬਹੁ ਵੈਰ ਕਰ, ਨਾਲ 36 ਪਖੰਡ ਰਲਾਏ। ਤੰਤ ਮੰਤਰ ਰਸਾਇਣਾ, ਕਰਾਮਾਤ ਕਾਲਖ ਲਪਟਾਏ। ਇਕਸ ਤੇ ਬਹੁ ਰੂਪ ਕਰ, ਰੂਪ ਕਰੂਪੀ ਘਣੇ ਦਿਖਾਏ। ਕਲ ਯੁਗ ਅੰਦਰ ਭਰਮ ਭੁਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਹਿਨਸ਼ਾਹ ਦਾਤਾਰ ਹਜ਼ੂਰ, ਚਵਰ ਛਤਰ ਤਖਤ ਦੇ ਮਾਲਕ ਸਾਹਿਬੇ ਕਮਾਲ ਸਤਿਗੁਰੂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅੰਤ ਕਿਰਪਾ ਰਹਿਮਤ ਦੇ ਸਦਕਾ ਭਾਈ ਗੁਰਦਾਸ ਜੀ ਦੀ ਪਾਵਨ ਰਚਨਾ, ਜੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਲੜੀਵਾਰ ਰੂਪ ਕਥਾ ਦੇ ਅੰਦਰ ਸਰਵਣ ਕਰ ਰਹੇ ਹਾਂ। ਸੋ ਗੁਰੂ ਰਹਿਮਤ ਦੇ ਸਦਕਾ ਕੱਲ੍ਹ ਆਪਾਂ 18 ਪੌੜੀਆਂ ਤੱਕ ਸਰਵਣ ਕੀਤਾ ਹੈ। ਆਓ ਅੱਜ ਦੀ ਇਸ ਪਾਵਨ 19ਵੀਂ ਪੌੜੀ ਦੇ ਅੰਦਰ ਭਾਈ ਸਾਹਿਬ ਜੀ ਜੋ ਸਿਧਾਂਤ ਪੇਸ਼ ਕਰਦੇ ਨੇ, ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੀਏ, ਹਜ਼ੂਰ ਤਰਸ ਕਰਿਓ, ਸੋਝੀ ਸਮਰੱਥਾ ਸਮੱਤ, ਬੋਲਣ ਦਾ ਢੰਗ ਸਲੀਕਾ ਦੇ ਕੇ, ਇਕਾਗਰਤਾ ਦੇ ਕੇ ਇਸ ਪਾਵਨ ਰਚਨਾ ਦੀ ਵਿਚਾਰ ਕਰਨ ਦਾ ਬਲ ਬਖਸ਼ਿਓ। ਜਿਤਨੇ ਆਪ ਜੀ ਸਰਵਣ ਕਰ ਰਹੇ ਹੋ, ਆਓ ਅਸੀਸ ਦਿਓ। ਪਿਆਰ ਸਹਿਤ ਉਚਾਰਨ ਕਰਦਿਆਂ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਭਈ ਗਿਲਾਨ ਜਗਤ ਵਿੱਚ, ਚਾਰ ਵਰਨ ਆਸ਼ਰਮ ਉਪਾਏ। ਸੋ 19ਵੀਂ ਪੌੜੀ ਦੇ ਅੰਦਰ ਜੋ ਸੰਸਾਰ ਦੇ ਅੰਦਰ ਹਾਲਾਤ ਚੱਲਦੇ ਪਏ ਸਨ, ਲਗਾਤਾਰ ਪਿਛਲੀਆਂ 18 ਪੌੜੀਆਂ ਦੇ ਵਿੱਚ ਜੋ ਸੰਸਾਰ ਦੀ ਦਸ਼ਾ ਸੀ, ਜੋ ਸੰਸਾਰ ਦਾ ਰਹਿਣ ਦਾ ਢੰਗ ਸਲੀਕਾ ਸੀ, ਯੁੱਗਾਂ ਦੀ ਬਾਬਤ ਵਰਣਨ ਕੀਤਾ, ਵੇਦਾਂ ਸ਼ਾਸਤਰਾਂ ਦੀ ਬਾਬਤ ਵਰਣਨ ਕੀਤਾ, ਹੋਰ ਵੀ ਕਈ ਪ੍ਰਕਾਰ ਦੇ ਜੋ ਸੰਸਾਰ ਦੇ ਆਡੰਬਰ ਸਨ, ਪਖੰਡ ਸਨ, ਉਹਨਾਂ ਦੀ ਬਾਬਤ ਭਾਈ ਸਾਹਿਬ ਨੇ ਵਰਣਨ ਕੀਤਾ। ਸੋ ਅੱਜ ਦੀ ਇਸ ਪੌੜੀ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਜ਼ਿਕਰ ਕਰਦੇ ਸੰਸਾਰ ਦੇ ਉੱਤੇ ਕੀ ਹਾਲਾਤ ਬਣ ਗਏ, ਧਰਮ ਜਿਹੜਾ ਸੀ ਉਹਨੂੰ ਕਿੰਨੇ ਟੁਕੜਿਆਂ ਦੇ ਵਿੱਚ ਵੰਡ ਦਿੱਤਾ ਗਿਆ, ਸੰਪਰਦਾਵਾਂ ਪ੍ਰਣਾਲੀਆਂ ਦੇ ਵਿੱਚ ਧਰਮ ਜਿਹੜਾ ਉਹ ਖੰਡ-ਖੰਡ ਹੋ ਗਿਆ। ਉਸ ਤੋਂ ਉਪਰੰਤ ਜਦੋਂ ਧਰਮ ਵੰਡਿਆ ਗਿਆ, ਧਰਮ ਨਾਲ ਜੁੜੇ ਹੋਏ ਲੋਕ ਜਿਹੜੇ ਸਨ ਉਹ ਵੀ ਵੰਡੇ ਗਏ। ਜਦੋਂ ਲੋਕ ਵੰਡੇ ਗਏ, ਸੁਭਾਵਿਕ ਸੀ ਪਰਿਵਾਰਾਂ ਦੇ ਵਿੱਚ ਵੰਡੀਆਂ ਪੈ ਗਈਆਂ। ਜਦੋਂ ਪਰਿਵਾਰਾਂ ਦੇ ਵਿੱਚ ਵੰਡੀਆਂ ਪਈਆਂ, ਫਿਰ ਇੱਕ ਦੂਜੇ ਦੇ ਦੁਸ਼ਮਣ ਬਣੇ। ਦੁਸ਼ਮਣ ਬਣਨ ਉਪਰੰਤ ਇੱਕ ਦੂਜੇ ਦੀਆਂ ਜਾਨਾਂ ਲਈਆਂ। ਸੋ ਜਿਸ ਧਰਮ ਨੇ ਲੋਕਾਂ ਨੂੰ ਜੀਵਨ ਦਾਨ ਦੇਣਾ ਸੀ, ਉਸ ਧਰਮ ਨੇ ਲੋਕਾਂ ਨੂੰ ਮੌਤ ਦੇ ਦਿੱਤੀ। ਸੋ ਇਸੇ ਤਰ੍ਹਾਂ ਸੰਸਾਰ ਦੇ ਅੰਦਰ ਫਿਰ ਜੰਤਰ ਮੰਤਰ ਤੰਤਰਾਂ ਦਾ ਬੋਲਬਾਲਾ ਜਿਹੜਾ ਸੀ ਉਹ ਹੋਣਾ ਸ਼ੁਰੂ ਹੋਇਆ। ਕਲਯੁੱਗ ਦੇ ਅੰਦਰ ਸਾਰੀ ਮਨੁੱਖਤਾ ਜਿਹੜੀ ਹੈ ਉਹ ਭਰਮ ਦੇ ਵਿੱਚ ਪੈ ਕਰਕੇ ਲੋਕਾਈ ਜਿਹੜੀ ਸੀ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਨੂੰ ਭੁੱਲ ਗਈ। ਸੋ ਇਸ ਤਰ੍ਹਾਂ ਦਾ ਅੱਜ ਜ਼ਿਕਰ ਕਰਦੇ ਨੇ। ਪ੍ਰਾਰੰਭਤਾ ਹੁੰਦੀ 19ਵੀਂ ਪੌੜੀ ਦੀ, ਭਈ ਗਿਲਾਨ ਜਗਤ ਵਿੱਚ, ਚਾਰ ਵਰਨ ਆਸ਼ਰਮ ਉਪਾਏ। ਜਗਤ ਦੇ ਵਿੱਚ ਗਿਲਾਨੀ ਜਿਹੜੀ ਸੀ ਇੰਨੀ ਕੁ ਉੱਠੀ, ਜਗਤ ਦੇ ਲੋਕ ਜਿਹੜੇ ਸਨ ਇੱਕ ਦੂਜੇ ਦੇ ਨਾਲ ਇੰਨੀ ਕੁ ਗਿਲਾਨੀ ਕਰਨ ਲੱਗ ਪਏ ਕਿ ਚਾਰ ਵਰਨ, ਚਾਰ ਆਸ਼ਰਮ ਉਪਾਏ। ਚਾਰ ਵਰਨ, ਖੱਤਰੀ, ਬ੍ਰਾਹਮਣ, ਸ਼ੂਦਰ ਤੇ ਵੈਸ਼। ਫਿਰ ਚਾਰ ਆਸ਼ਰਮ ਹੋ ਗਏ ਜਿਨ੍ਹਾਂ ਦੇ ਵਿੱਚ ਗ੍ਰਸਤੀ, ਬਾਨਪ੍ਰਸਤੀ, ਸੰਨਿਆਸੀ, ਬ੍ਰਹਮਚਾਰੀ ਹੋ ਗਿਆ। ਭਾਵ ਸਾਰਿਆਂ ਤੋਂ ਪਹਿਲਾਂ ਫਿਰ ਜਦੋਂ ਗ੍ਰਸਤੀ ਹੈ, ਫਿਰ ਬਾਨਪ੍ਰਸਤੀ ਹੈ, ਬ੍ਰਹਮਚਾਰੀ ਹੈ, ਫਿਰ ਸੰਨਿਆਸੀ ਹੈ।
ਸੋ ਇਸ ਤਰ੍ਹਾਂ ਇਹ ਚਾਰੇ ਨੇ। ਹਾਲਾਂਕਿ ਬ੍ਰਹਮਚਾਰੀ ਪਹਿਲੇ ਨੰਬਰ ਤੇ, ਕਿਉਂਕਿ ਕਾਫੀ ਉਮਰ ਦਾ ਪਹਿਲਾ ਹਿੱਸਾ ਜਿਹੜਾ ਉਹ ਬ੍ਰਹਮਚਰਜ ਵਿੱਚ ਬਤੀਤ ਹੁੰਦਾ ਹੈ। ਉਸ ਤੋਂ ਬਾਅਦ ਕਹਿੰਦੇ ਫਿਰ ਉਹ ਗ੍ਰਸਤੀ ਹੋ ਜਾਂਦਾ ਹੈ। ਉਸ ਤੋਂ ਬਾਅਦ ਫਿਰ ਉਹ ਬਾਨਪ੍ਰਸਤੀ ਹੋ ਜਾਂਦਾ ਹੈ, ਜੰਗਲ ਵਿੱਚ ਚਲਾ ਜਾਂਦਾ ਹੈ, ਫਿਰ ਸੰਨਿਆਸੀ ਹੋ ਜਾਂਦਾ ਹੈ। ਸੋ ਇਹ ਚਾਰ ਆਸ਼ਰਮ ਜਿਹੜੇ ਸੀ ਸੰਸਾਰ ਦੇ ਵਿੱਚ ਉਤਪਤ ਕਰ ਦਿੱਤੇ ਗਏ, ਉਤਪੰਨ ਕਰ ਦਿੱਤੇ, ਉਤਪੰਨ ਹੋ ਗਏ ਨੇ। ਅੱਗੇ ਕਿਰਪਾ ਕਰਦੇ, 10 ਨਾਮ ਸੰਨਿਆਸੀਆਂ ਜੋਗੀ 12 ਪੰਥ ਚਲਾਏ। ਸੰਨਿਆਸੀਆਂ ਨੇ 10 ਨਾਮ ਜਿਹੜੇ ਸੀ ਉਹ ਆਪਣੇ ਪੰਥ ਦੇ ਰੱਖ ਲਏ। ਹੈ ਹਿੰਦੂ ਪ੍ਰਣਾਲੀ ਦੇ ਵਿੱਚੋਂ ਹੀ ਸੀ। ਉਹ ਸਾਧੂ ਸੰਨਿਆਸੀ ਅਖਾਉਣ ਲੱਗੇ, ਕਿਉਂਕਿ ਸਾਧੂਆਂ ਦੇ ਵਿੱਚ ਵੀ ਬੜੀਆਂ ਸੰਪਰਦਾਵਾਂ ਨੇ। ਜਿਸ ਤਰ੍ਹਾਂ ਗ੍ਰਸਤੀਆਂ ਦੇ ਅੰਦਰ ਜਾਤਾਂ ਪਾਤਾਂ ਨੇ, ਸਾਧੂਆਂ ਦੇ ਅੰਦਰ ਪ੍ਰਣਾਲੀਆਂ ਨੇ, ਸੰਪਰਦਾਵਾਂ ਨੇ। ਫਲਾਣਾ ਹਰ ਸੰਪਰਦਾ ਦਾ ਸਾਧੂ ਆਪਣੇ ਨਾਂ ਨੂੰ ਵੱਖਰੇ ਤਰੀਕੇ ਨਾਲ ਰੱਖਦਾ, ਵੱਖਰੇ ਤਰੀਕੇ ਨਾਲ ਲੱਗਦਾ ਹੈ। ਕਿਸੇ ਮਗਰ ਦੇਵ ਲੱਗਦਾ, ਕਿਸੇ ਮਗਰ ਗਿਰੀ ਲੱਗਦਾ ਹੈ। ਸੋ ਇਸ ਤਰ੍ਹਾਂ ਸੰਨਿਆਸੀਆਂ ਨੇ 10 ਨਾਮ ਰੱਖੇ, ਜਿਨ੍ਹਾਂ ਵਿੱਚ ਗਿਰੀ, ਪੁਰੀ, ਭਾਰਤੀ, ਸਰਸਵਤੀ, ਦੰਡੀ, ਆਰण्य ਇਹ ਸਾਰੇ ਆ ਜਾਂਦੇ ਸਨ। ਦੰਡੀ ਸੁਆਮੀ ਤੁਸੀਂ ਦੇਖਿਆ ਹੋਵੇਗਾ, ਕਈ ਦਫਾ ਕੁਝ ਸਾਧੂ ਹੁੰਦੇ ਨੇ, ਉਹਨਾਂ ਨੇ ਆਪਣੇ ਨਾਲ ਇੱਕ ਡੰਡਾ ਫੜਿਆ ਹੁੰਦਾ। ਉਸ ਡੰਡੇ ਦੇ ਉੱਤੇ ਉਹਨਾਂ ਨੇ ਭਗਵੇਂ ਰੰਗ ਦਾ ਕੱਪੜਾ ਪਾਇਆ ਹੁੰਦਾ। ਉਹ ਕੋਈ ਆਮ ਡੰਡਾ ਨਹੀਂ ਹੁੰਦਾ, ਭਾਵ ਜਿਵੇਂ ਇੱਕ ਆਪਾਂ ਵੈਸੇ ਹੱਥ 'ਚ ਡੰਡਾ ਪਕੜ ਲੈਂਦੇ ਹਾਂ ਕੋਈ ਜਾਨਵਰ ਤੋਂ ਬਚਾਉਣ ਵਾਸਤੇ ਜਾਂ ਕੋਈ ਸਹਾਰਾ ਲੈਣ ਵਾਸਤੇ, ਪਰ ਉਹਨਾਂ ਦੇ ਕੋਲ ਜਿਹੜਾ ਡੰਡਾ ਹੁੰਦਾ ਉਹਨਾਂ ਨੇ ਭਗਵੇਂ ਰੰਗ ਦਾ ਉਹਦੇ 'ਤੇ ਕੱਪੜਾ ਲਪੇਟਿਆ ਹੁੰਦਾ। ਉਹਨੂੰ ਆਪਣੇ ਨਾਲ ਹੀ ਰੱਖਦੇ ਨੇ। ਜਦੋਂ ਤੁਰਦੇ ਨੇ ਉਹਨੂੰ ਜ਼ਮੀਨ 'ਤੇ ਨਹੀਂ ਲਾਉਂਦੇ, ਉਹਨੂੰ ਚੁੱਕ ਕੇ ਰੱਖਦੇ ਨੇ, ਮੋਢੇ ਦੇ ਨਾਲ ਲਾ ਕੇ ਇੱਕ ਹੱਥ ਨਾਲ ਫੜ ਕੇ ਉੱਚਾ ਕਰਕੇ ਰੱਖਦੇ ਨੇ। ਉਹਨੂੰ ਜ਼ਮੀਨ 'ਤੇ ਰੱਖਦੇ ਵੀ ਨਹੀਂ। ਜੇ ਕਿਤੇ ਜਾਂਦੇ ਨੇ ਤਾਂ ਬਹਿਣ ਲੱਗਿਆਂ ਵੀ ਉਹਨੂੰ ਉੱਚੀ ਥਾਂ 'ਤੇ ਰੱਖਦੇ ਨੇ। ਰਾਤ ਨੂੰ ਵੀ ਕਈ ਦਫਾ ਆਪਣੇ ਆਸਣ 'ਤੇ ਉਹਨੂੰ ਲਿਟਾਉਂਦੇ ਨੇ, ਜਾਂ ਫਿਰ ਉੱਚੀ ਥਾਂ ਦੇ ਉੱਤੇ ਉਹਨੂੰ ਰੱਖਦੇ, ਦੀਵਾਰ ਆਦਿਕ ਦੇ ਨਾਲ ਉਹਨੂੰ ਖੜਾ ਵੀ ਨਹੀਂ ਕਰਦੇ। ਸੋ ਇਸ ਤਰ੍ਹਾਂ ਸੰਨਿਆਸੀਆਂ ਜਿਹੜੇ ਸੀ ਉਹਨਾਂ ਨੇ 12 ਪੰਥ ਜਿਹੜੇ ਸੀ ਇਸ ਮੁਲਕ ਦੇ ਵਿੱਚ, ਇਸ ਧਰਤੀ ਦੇ ਉੱਤੇ ਚਲਾ ਦਿੱਤੇ। ਜੰਗਮ ਅਤੇ ਸਰੇਵੜੇ ਦਗੇ ਦਿਗੰਬਰ ਵਾਦ ਕਰਾਏ। ਕਲਯੁਗ 'ਚ ਕਿੰਨਾ ਪਸਾਰਾ ਪਸਰ ਗਿਆ ਧਰਮ ਦਾ ਵੱਖ ਵੱਖ ਤਰੀਕਿਆਂ ਦੇ ਨਾਲ। ਫਿਰ ਜੰਗਮ ਆ ਗਏ, ਫਿਰ ਸਰੇਵੜੇ ਆ ਗਏ, ਅਤੇ ਦਿਗੰਬਰ ਭਾਵ ਜੈਨੀ ਜਿਹੜੇ ਸਨ, ਜੋ ਦਿਗੰਬਰ ਜਿਹੜੇ ਨਾਂਗੇ ਰਹਿੰਦੇ ਸਨ। ਇਹਨਾਂ ਦੇ ਵਿੱਚ ਭਾਵ ਇੱਕ ਜੰਗਮ ਹੋ ਗਏ ਚੱਲਣ ਫਿਰਨ ਵਾਲੇ, ਜਿਹੜੇ ਚੱਲਦੇ ਫਿਰਦੇ ਰਹਿੰਦੇ, ਕਦੀ ਜੰਗਲਾਂ 'ਚ, ਕਦੀ ਪਹਾੜਾਂ 'ਤੇ, ਚੱਕਰਵਰਤੀ ਵੀ ਜਿਨ੍ਹਾਂ ਨੂੰ ਅਸੀਂ ਕਹਿ ਲਈਏ। ਫਿਰ ਸਰੇਵੜੇ ਹੋ ਜਾਂਦੇ ਨੇ, ਅਤੇ ਉਸ ਤੋਂ ਉਪਰੰਤ ਫਿਰ ਹੋ ਜਾਂਦੇ ਨੇ ਦਿਗੰਬਰ, ਜਿਹੜੇ ਨਾਂਗੇ ਰਹਿਣ ਵਾਲੇ ਨੇ। ਇੱਕ ਜੈਨੀ ਸਾਧੂ ਹੋ ਜਾਂਦੇ ਨੇ। ਫਿਰ ਉਹਨਾਂ ਦੇ ਵਿੱਚ ਕਈ ਵਾਦ ਜਿਹੜੇ ਸਾਨੂੰ ਪ੍ਰਚਲਿਤ ਹੋ ਗਏ, ਕਿਉਂਕਿ ਜੈਨੀਆਂ ਦੇ ਵਿੱਚ ਵੀ 2 ਫਿਰਕੇ ਨੇ। ਲੜਨ ਦਾ ਕਾਰਨ ਕੀ ਬਣਿਆ? ਇੱਕ ਜੈਨੀ ਕਹਿੰਦੇ ਨੇ ਕੱਪੜੇ ਪਾਓ, ਇੱਕ ਜੈਨੀ ਕਹਿੰਦੇ ਨਾਂਗੇ ਰਹੋ। ਇੱਥੋਂ ਝਗੜਾ ਸ਼ੁਰੂ ਹੋ ਗਿਆ। ਹੈ ਦੋਨੋਂ ਹੀ ਜੈਨੀ ਸੀਗੇ। ਇੱਕ ਫਿਰਕਾ ਕਹਿਣ ਲੱਗਾ ਕਿ ਕੱਪੜੇ ਪਾਉਣੇ ਚਾਹੀਦੇ ਨੇ, ਇੱਕ ਫਿਰਕਾ ਕਹਿਣ ਲੱਗਾ ਨਹੀਂ, ਨੰਗੇ ਰਹਿਣਾ ਚਾਹੀਦਾ। ਇਸ ਤਰ੍ਹਾਂ ਜੈਨੀਆਂ ਦੇ ਵਿੱਚ 2 ਤਰ੍ਹਾਂ ਦੇ ਫਿਰਕੇ ਜਿਹੜੇ ਸੀ ਉਹ ਬਣ ਗਏ। ਇਸੇ ਤਰ੍ਹਾਂ ਜਿਹੜੇ ਸਰੇਵੜੇ ਸੀ ਉਹਨਾਂ ਦੇ ਵਿੱਚ ਵੀ ਹੋ ਗਿਆ, ਜਿਹੜੇ ਜੰਗਮ ਸਨ ਉਹਨਾਂ ਦੇ ਵਿੱਚ ਵੀ ਹੋ ਗਿਆ। ਤਾਂ ਭਾਈ ਸਾਹਿਬ ਕਹਿੰਦੇ ਵਾਦ ਕਰਾਏ। ਇਹਨਾਂ ਨੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਲੜਾ ਦਿੱਤਾ, ਭਾਵ ਇਹਨਾਂ ਦੇ ਜਿਹੜੇ ਵੱਡੇ ਸਨ ਉਹਨਾਂ ਨੇ ਜੋ ਉਪਦੇਸ਼ ਦਿੱਤਾ, ਉਸ ਉਪਦੇਸ਼ ਨੇ ਇੱਕ ਦੂਜੇ ਨੂੰ, ਕਿਉਂਕਿ ਉਹਨਾਂ ਤੋਂ ਬਾਅਦ ਉਹ ਤਾਂ ਕਿਹੜੇ ਵੇਲੇ ਦੇ ਇਸ ਧਰਤੀ ਤੋਂ ਤੁਰ ਗਏ, ਪਰ ਉਹਨਾਂ ਦੇ ਸਿਧਾਂਤ, ਉਹਨਾਂ ਦੇ ਉਪਦੇਸ਼, ਉਹਨਾਂ ਦੀਆਂ ਕਾਇਮ ਕੀਤੀਆਂ ਮਰਿਆਦਾਵਾਂ ਨੇ, ਉਹਨਾਂ ਦੇ ਲਿਖੇ ਹੋਏ ਗ੍ਰੰਥਾਂ ਨੇ ਆਪਸ ਦੇ ਵਿੱਚ ਹੀ ਬੜੇ ਝਗੜੇ ਜਿਹੜੇ ਉਹ ਖੜੇ ਕਰਤੇ। ਸੰਸਾਰ ਨਾਲ ਬੜੇ ਝਗੜੇ ਜਿਹੜੇ ਸੀ ਇਹਨਾਂ ਦੇ ਖੜੇ ਕਰਵਾ ਦਿੱਤੇ। ਬ੍ਰਾਹਮਣ ਬਹੁ ਪ੍ਰਕਾਰ ਕਰ ਸ਼ਾਸਤਰ ਵੇਦ ਪੁਰਾਣ ਲੜਾਏ। ਜੋਗੀਆਂ ਨੇ, ਜੰਗਮਾਂ ਨੇ, ਦਿਗੰਬਰਾਂ ਨੇ ਫਿਰ ਇਹਨਾਂ ਨੇ ਦਗੇ ਕਰਕੇ ਤਰੀਕਿਆਂ ਦੇ ਨਾਲ ਬੜੇ ਝਗੜੇ ਕਰਵਾਏ। ਉਸ ਤੋਂ ਬਾਅਦ ਬ੍ਰਾਹਮਣ ਦੀ ਵਾਰੀ ਆ ਜਾਂਦੀ ਹੈ। ਤਾਂ ਭਾਈ ਸਾਹਿਬ ਕਹਿੰਦੇ ਬ੍ਰਾਹਮਣਾਂ ਨੇ ਕੀ ਕੀਤਾ? ਬਹੁ ਪ੍ਰਕਾਰ ਕਰ, ਕਈ ਪ੍ਰਕਾਰ ਦੇ ਨਾਲ ਸ਼ਾਸਤਰ ਵੇਦ ਪੁਰਾਣ ਲੜਾਏ। ਲੋਕਾਂ ਨੂੰ ਤੇ ਲੜਾਇਆ ਹੀ ਲੜਾਇਆ, ਇਹਨਾਂ ਨੇ ਵੇਦਾਂ ਸ਼ਾਸਤਰਾਂ ਨੂੰ ਵੀ ਲੜਾ ਕੇ ਰੱਖ ਦਿੱਤਾ। ਮਨੁੱਖ ਦਾ ਸਿਰ ਪਾੜਦਾ ਤੇ ਗੱਲ ਸਮਝ ਆਉਂਦੀ ਸੀ। ਵੇਦਾਂ ਸ਼ਾਸਤਰਾਂ ਨੂੰ ਵੀ ਇੱਕ ਦੂਜੇ ਦੇ ਦੁਸ਼ਮਣ ਬਣਾ ਦਿੱਤਾ ਕਿ ਜਿੱਥੇ ਫਲਾਣਾ ਵੇਦ ਪਿਆ ਉੱਥੇ ਇੱਕ ਵੇਦ ਪਿਆ ਤੇ ਦੂਜਾ ਨਹੀਂ ਰੱਖਿਆ ਜਾ ਸਕਦਾ। ਇਸ ਤਰ੍ਹਾਂ ਵੀ ਕਹਿ ਦਿੱਤਾ ਜਿੱਥੇ ਵਿਸ਼ਨੂੰ ਪੁਰਾਣ ਪਿਆ ਉੱਥੇ ਸ਼ਿਵ ਪੁਰਾਣ ਨਹੀਂ ਰੱਖਿਆ ਜਾਣਾ ਜੀ। ਕਿਉਂ? ਕਿਉਂਕਿ ਵਿਸ਼ਨੂੰ ਤੇ ਸ਼ਿਵ ਦਾ ਆਪਸ 'ਚ ਵਿਰੋਧ ਪੈਦਾ ਕਰ ਦਿੱਤਾ। ਹੁਣ ਸ਼ਿਵ ਪੁਰਾਣ ਨੂੰ ਮੰਨਣ ਵਾਲੇ ਕਹਿ ਰਹੇ ਸ਼ਿਵ ਵੱਡਾ, ਵਿਸ਼ਨੂੰ ਪੁਰਾਣ ਨੂੰ ਮੰਨਣ ਵਾਲੇ ਕਹਿ ਰਹੇ ਵਿਸ਼ਨੂੰ ਵੱਡਾ। ਉਹਨਾਂ ਦੇ ਆਪਸ ਵਿੱਚ ਰੌਲਾ ਪੈ ਗਿਆ।
ਹੁਣ ਜੇ ਫਰਜ਼ ਕਰੋ ਇੱਕ ਥਾਂ ਤੇ ਸ਼ਿਵ ਪੁਰਾਣ ਪਿਆ, ਉਹਨੇ ਕਹਿਣਾ ਜੀ ਇਹ ਵੱਡਾ ਹੈ, ਤੇ ਵਿਸ਼ਨੂੰ ਪੁਰਾਣ ਵਾਲੇ ਨੇ ਕਹਿਣਾ ਜੀ ਵਿਸ਼ਨੂੰ ਪੁਰਾਣ ਵੱਡਾ ਹੈ। ਪੁਰਾਣਾਂ ਨੂੰ ਵੀ ਆਪਸ ਦੇ ਵਿੱਚ ਲੜਾ ਦਿੱਤਾ, ਉਹਨਾਂ ਨੂੰ ਮੰਨਣ ਵਾਲਿਆਂ ਨੂੰ ਵੀ ਆਪਸ ਦੇ ਵਿੱਚ ਲੜਾ ਕੇ ਰੱਖ ਦਿੱਤਾ। ਸੋ ਇਸ ਤਰ੍ਹਾਂ ਬ੍ਰਾਹਮਣਾਂ ਨੇ ਕਈ ਪ੍ਰਕਾਰ ਕਰਕੇ ਸੰਸਾਰ 'ਤੇ ਇਹ ਜਿਹੜੀਆਂ ਲੜਾਈਆਂ, ਇਹ ਜਿਹੜੇ ਧਰਮਾਂ ਦੇ ਝਗੜੇ ਜਿਹੜੇ ਸਨ, ਇਹ ਸ਼ਾਸਤਰਾਂ ਦੇ ਇਹ ਚਰਚਾਵਾਦ ਜਿਹੜੀ ਸੀ ਇਹਨੂੰ ਸ਼ੁਰੂ ਕਰਵਾ ਦਿੱਤਾ। ਭਾਵ ਦੱਸਣ ਲੱਗ ਗਏ ਸਾਰ ਗ੍ਰਾਹੀ ਜਿਹੜੇ ਸੀ ਉਹ ਨਾ ਰਹੇ, ਸਿਰਫ ਧਰਮਾਂ ਦੀ ਵਿਆਖਿਆ ਕਰਕੇ ਇੱਕ ਦੂਜੇ ਨਾਲ ਚਰਚਾਵਾਂ, ਬਹਿਸ, ਵੱਡੀਆਂ ਵੱਡੀਆਂ ਸਭਾ ਲਾ ਕੇ ਇੱਕ ਦੂਜੇ ਨਾਲ ਵਿਚਾਰ, ਪਰ ਸਾਰ ਗ੍ਰਾਹੀ ਜਿਹਨੂੰ ਅਸੀਂ ਕਹਿ ਦਈਏ ਕਿ ਜੋ ਇਹਨਾਂ ਵੇਦਾਂ ਸ਼ਾਸਤਰਾਂ ਦੇ ਅੰਦਰ ਸਾਰ ਸੀ ਉਹਨੂੰ ਗ੍ਰਹਿਣ ਕਰਨ ਵਾਲੇ ਨਾ ਬਣੇ, ਤੇ ਬਸ ਆਪੋ ਆਪ ਦੇ ਵਿੱਚ ਲੜਦੇ ਰਹਿ ਰਹੇ। ਨਿਆਏ ਵੇਦਾਂਤ ਆਦਿਕ ਨੂੰ ਸਾਰਿਆਂ ਨੂੰ ਇਹ ਵਿਵਾਦ ਜਿਹੜਾ ਸੀ ਇੱਕ ਦੂਜੇ ਨੇ ਇਹਨਾਂ ਨੇ ਛੇੜ ਦਿੱਤਾ। ਖਟ ਦਰਸ਼ਨ ਬਹੁ ਵੈਰ ਕਰ, ਨਾਲ 36 ਪਖੰਡ ਰਲਾਏ। ਫਿਰ ਉਸ ਤੋਂ ਬਾਅਦ ਜਿਹੜਾ ਖਟ ਦਰਸ਼ਨ, 6 ਸ਼ਾਸਤਰ ਜਿਹੜੇ ਸਨ ਜਿਨ੍ਹਾਂ ਦੇ ਵਿੱਚ ਨਿਆਏ ਵੇਦਾਂਤ ਆਦਿਕ ਜਿਹੜੇ ਸਨ, ਉਹਨਾਂ ਨੇ ਵੀ ਆਪੋ ਆਪ ਦੇ ਵਿੱਚ ਇੱਕ ਵਿਵਾਦ ਛੇੜ ਦਿੱਤਾ। ਤੇ ਉਹ ਵਿਵਾਦ ਕੈਸਾ ਛੇੜਿਆ? ਨਾਲ 36 ਪਖੰਡ ਰਲਾਏ। 36, ਇੱਕ ਤਾਂ ਆਪਾਂ ਗਿਣਤੀ ਦੇ ਵਿੱਚ 36 ਕਹਿ ਦਈਏ, ਪਰ ਇੱਥੇ ਗਿਣਤੀ ਦੇ 36 ਪਖੰਡ ਨਹੀਂ। ਜਿਵੇਂ ਆਪਾਂ ਸੁਭਾਵਿਕ 36 ਸ਼ਬਦ ਪ੍ਰਚਲਿਤ ਹੈ, ਇਸ ਤਰ੍ਹਾਂ ਪ੍ਰਚਲਿਤ ਹੈ ਜੇ ਕਿਸੇ ਨਾਲ ਝਗੜਾ ਹੋ ਜੇ, ਆਪਾਂ ਇੱਕ ਗੁੱਸੇ ਸ਼ਬਦ ਕਹਿੰਦੇ ਤੇਰੇ ਵਰਗੇ 36 ਵੇਖੇ ਨੇ। 36 ਦਾ ਮਤਲਬ ਇਹ ਨਹੀਂ ਕਿ ਅਸੀਂ ਪੂਰੇ ਗਿਣ ਕੇ ਹੀ ਤੇਰੇ ਵਰਗੇ 36 ਵੇਖੇ। ਜੇ ਆਪਾਂ ਕਹਿੰਦੇ ਇਹੋ ਜਿਹੇ 36 ਜ਼ਿੰਦਗੀ 'ਚ ਸਾਨੂੰ ਮਿਲਦੇ ਨੇ, ਉਹਦਾ ਮਤਲਬ ਇਹ ਨਹੀਂ ਹੁੰਦਾ 36 ਪੂਰੇ ਨੇ, 36 ਪੂਰੇ ਨੇ। ਭਾਵ ਉਹ ਗਿਣਤੀ ਉਸ ਤੋਂ ਅਗਾਂਹ ਨਿਕਲਦੀ ਹੈ। ਸੋ ਇਸੇ ਤਰ੍ਹਾਂ 36 ਦਾ ਅਰਥ ਕੇਵਲ 36 ਨਹੀਂ, ਇਸ ਤਰ੍ਹਾਂ 36 ਪਖੰਡ ਜਿਹੜੇ ਸਨ, ਭਾਵ ਨਾਨਾ ਪ੍ਰਕਾਰ ਦੇ ਪਖੰਡ ਜਿਹੜੇ ਸਨ, ਉਹ ਇਹਨਾਂ ਸ਼ਾਸਤਰਾਂ ਦੇ ਦੁਆਰਾ ਬ੍ਰਾਹਮਣਾਂ ਨੇ ਖਟ ਦਰਸ਼ਨ ਬਹੁ ਵੈਰ ਕਰ, 6 ਸ਼ਾਸਤਰ ਜਿਹੜੇ ਸੀ ਇਹਨਾਂ ਦੇ ਦੁਆਰਾ ਕਈ ਪ੍ਰਕਾਰ ਦੇ ਵੈਰ ਖੜੇ ਕਰਕੇ ਨਾਲ ਕਈ ਪਖੰਡ ਜਿਹੜੇ ਸੀ ਉਹ ਰਲਾ ਦਿੱਤੇ। ਤੰਤ ਮੰਤਰ ਰਾਸਾਇਣਾ, ਕਰਾਮਾਤ ਕਾਲਖ ਲਪਟਾਏ। ਫਿਰ ਤਵੀਤ ਧਾਗੇ ਮੰਤਰ ਰਸਾਇਣਾ, ਕਰਾਮਾਤਾਂ ਜਿਹਨੂੰ ਅਸੀਂ ਕਹਿ ਦਈਏ ਕਰਾਮਾਤ, ਕਾਲਖ ਲਪਟਾਏ। ਇਹ ਕਰਾਮਾਤਾਂ ਦੀ ਕਾਲਖ ਦੇ ਨਾਲ, ਇਹ ਜੰਤਰਾਂ ਮੰਤਰਾਂ ਦੀ ਕਾਲਖ ਦੇ ਨਾਲ ਲਿਪਟ ਗਏ, ਕਿਉਂਕਿ ਇਹ ਸਵਾਹ ਹੀ ਹੈ। ਜਿਸ ਤਰ੍ਹਾਂ ਸਵਾਹ ਜ਼ਿੰਦਗੀ ਨੂੰ ਦਾਗ ਲਾਉਂਦੀ, ਸਰੀਰ ਨੂੰ ਕਾਲਾ ਕਰਦੀ, ਬਸ ਇਹ ਚੀਜ਼ਾਂ ਜ਼ਿੰਦਗੀ ਨੂੰ ਦਾਗੀ ਕਰਦੀਆਂ ਨੇ। ਇਹਨਾਂ ਦੇ ਨਾਲ ਕਦੀ ਉੱਜਲਤਾ ਨਹੀਂ ਆਈ, ਇਹਨਾਂ ਨਾਲ ਕਦੀ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੋਇਆ। ਕਿਉਂਕਿ ਦੇਖੋ ਅਸੀਂ ਅੱਜ ਦੇਖਦੇ ਹਾਂ ਅਖਬਾਰਾਂ ਦੇ ਵਿੱਚ ਕਿੱਡੀਆਂ ਕਿੱਡੀਆਂ ਐਡਵਰਟਾਈਜ਼ ਆਉਂਦੀਆਂ ਨੇ। ਕਦੀ ਕਿਸੇ ਨੇ ਦੇਖਿਆ ਵੀ ਕਿਸੇ ਧਾਗੇ ਤਵੀਤ ਕਰਨ ਵਾਲੇ ਨੂੰ ਬ੍ਰਹਮ ਗਿਆਨ ਹੋ ਗਿਆ ਹੋਵੇ, ਕਿਸੇ ਟੂਣੇ ਕਰਨ ਵਾਲੇ ਨੂੰ ਬ੍ਰਹਮ ਗਿਆਨ ਹੋਇਆ ਹੋਵੇ, ਜਾਂ ਇੰਝ ਕਹਿ ਲਓ ਕੋਈ ਛਿਲੇ ਕੱਢਣ ਵਾਲੇ ਨੂੰ, ਕਿਸੇ ਇਸ ਤਰ੍ਹਾਂ ਦੇ ਪਖੰਡ ਕਰਨ ਵਾਲੇ ਨੂੰ, ਜੰਤਰ ਮੰਤਰ ਤੰਤਰ ਕਰਨ ਵਾਲੇ ਨੂੰ ਕੋਈ ਬ੍ਰਹਮ ਗਿਆਨ ਦੀ ਅਵਸਥਾ ਮਿਲੀ ਹੋਵੇ। ਉਲਟਾ ਇਹ ਜ਼ਰੂਰ ਤੁਸੀਂ ਵੇਖੋਗੇ ਜਿੰਨੇ ਜੰਤਰ ਮੰਤਰ ਕਰਨ ਵਾਲੇ ਲੋਕ ਵੇਖੀਦੇ ਆ ਸੰਸਾਰ ਦੇ ਵਿੱਚ, ਉਹ ਕਈ ਵਾਰ ਉਹਨਾਂ ਨੂੰ ਵੇਖ ਕੇ ਇੰਝ ਲੱਗਦਾ ਹੈ ਵੀ ਅਗਾਂਹ ਚੱਲ ਕੇ ਤੇ ਤੁਹਾਡੇ ਮੂੰਹ ਕਾਲੇ ਹੋਣੇ ਹੀ ਹੋਣੇ, ਤੁਸੀਂ ਇੱਥੇ ਵੀ ਕਰੀ ਫਿਰਦੇ ਹੋ। ਕਾਲੇ ਹੀ ਉਹਨਾਂ ਨੇ ਕੱਪੜੇ ਪਾਏ ਹੁੰਦੇ ਨੇ, ਬਹੁਤ ਕੁਝ ਹੱਥਾਂ ਦੇ ਵਿੱਚ ਕਾਲਾ ਨਾਗ, ਕਾਲੀਆਂ ਮਾਲਾ, ਜੇ ਉਹ ਪਤਾ ਨਹੀਂ ਕਿਤਨਾ ਕੁਛ ਆਪਣੇ ਸਰੀਰ 'ਤੇ ਲਟਕਾ ਲਮਕਾ ਕੇ, ਕਈ ਵਾਰ ਜਾਣ ਕੇ ਵੀ ਮੂੰਹ 'ਤੇ ਕਾਲਖ ਮਲੀ ਵੀ ਸਾਡਾ ਭਿਆਨਕ ਜਿਹਾ ਰੂਪ ਦਿਸੇ। ਅਤੇ ਉਹ ਸੱਚਾਈ ਇਹ ਹੁੰਦੀ ਹੈ, ਜੇ ਕਦੀ ਅਸੀਂ ਸੋਚੀਏ ਵੀ ਜਿਹੜਾ ਪਹਿਲਾਂ ਹੀ ਕਾਲੇ ਕੱਪੜੇ ਪਾ ਕੇ ਅਤੇ ਇਸ ਤਰ੍ਹਾਂ ਦਾ ਬਣ ਕੇ ਅਤੇ ਕੰਮ ਵੀ ਕਾਲੇ ਕਰਦਾ, ਉਹ ਸਾਡੀ ਜ਼ਿੰਦਗੀ ਨੂੰ ਉਜਾਲਾ ਕਿੱਥੋਂ ਦੇ ਦੇਵੇਗਾ। ਪਰ ਨਹੀਂ, ਖੈਰ ਸਾਨੂੰ ਸਮਝ ਨਹੀਂ ਆਉਂਦੀ, ਸਮਾਂ ਰਵੇ ਕਦੀ ਜ਼ਿੰਦਗੀ ਨੂੰ ਸਮਝ ਆ ਜਾਵੇ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਜ਼ਿਕਰ ਕਰਦੇ ਕਰਾਮਾਤ ਕਾਲਖ ਲਪਟਾਏ। ਇਸ ਤਰ੍ਹਾਂ ਸੰਸਾਰ ਜੰਤਰਾਂ ਮੰਤਰਾਂ ਰਸਾਇਣਾਂ ਦੇ ਚੱਕਰ ਵਿੱਚ ਪੈ ਗਿਆ, ਕਰਾਮਾਤਾਂ ਦੇ ਚੱਕਰ ਵਿੱਚ ਪੈ ਗਿਆ, ਇਸ ਕਾਲਖ ਦੇ ਵਿੱਚ ਲਪਟ ਗਿਆ। ਇੱਕ ਸਤੇ ਬਹੁ ਰੂਪ ਕਰ, ਰੂਪ ਕਰੂਪੇ ਘਣੇ ਦਿਖਾਏ। ਇੱਕ ਪਰਮਾਤਮਾ ਤੋਂ ਅਨੇਕਾਂ ਰੂਪ ਜਿਹੜੇ ਸੀ ਉਹ ਬਣਾ ਦਿੱਤੇ। ਹਾਲਾਂਕਿ ਰੱਬ ਨੂੰ ਵੰਡਿਆ ਨਹੀਂ ਜਾ ਸਕਦਾ, ਪਰ ਰੱਬ ਦੇ ਉਪਦੇਸ਼ ਨੂੰ, ਉਹਦੇ ਸਿਧਾਂਤਾਂ ਨੂੰ ਵੰਡ ਕੇ ਉਹਦੇ ਵੱਖ-ਵੱਖ ਰੂਪ ਬਣਾ ਦਿੱਤੇ। ਕੋਈ ਕਹਿੰਦਾ ਪਰਮਾਤਮਾ ਇਸ ਤਰ੍ਹਾਂ ਦਾ ਹੈ, ਕੋਈ ਕਹਿੰਦਾ ਪਰਮਾਤਮਾ ਇਸ ਤਰ੍ਹਾਂ ਦਾ ਹੈ। ਜਾਣਿਆ ਕਿਸੇ ਨੇ ਵੀ ਨਹੀਂ ਵੀ ਕਿਸ ਤਰ੍ਹਾਂ ਦਾ ਹੈ, ਬਸ ਜਿਨ੍ਹਾਂ ਨੇ ਜਾਣ ਲਿਆ ਉਹਨੂੰ ਤਾਂ ਸਾਹਿਬ ਬਾਣੀ ਅੰਦਰ ਕਹਿੰਦੇ ਜਿਨ ਹਰ ਪਾਇਆ ਤਿਨਹਿ ਛੁਪਾਇਆ। ਉਹਨਾਂ ਨੇ ਛੁਪਾ ਲਿਆ, ਉਹਨਾਂ ਨੇ ਦੱਸਿਆ ਹੀ ਨਹੀਂ ਉਹ ਕਿਸ ਤਰ੍ਹਾਂ ਦਾ ਹੈ। ਉਹ ਤਾਂ ਫਿਰ ਬਾਣੀ 'ਚ ਬਚਨ ਪੜ੍ਹਦੇ ਜੈਸਾ ਤੂੰ ਤੈਸਾ ਤੁਹੀਂ, ਕਿਆ ਉਪਮਾ ਦੀਜੈ।
ਉਹ ਤੇ ਕਹਿੰਦੇ ਜਿਸ ਤਰ੍ਹਾਂ ਦਾ ਤੂੰ ਹੈ ਉਸ ਤਰ੍ਹਾਂ ਦਾ ਤੂੰ ਹੀ ਹੈ, ਤੈਨੂੰ ਕਿਹਦੇ ਨਾਲ ਦਲੀਲ ਦੇ ਕੇ ਸਮਝਾਈਏ ਕਿ ਤੂੰ ਇਸ ਤਰ੍ਹਾਂ ਦਾ ਹੈ। ਜਦੋਂ ਆਪਾਂ ਕੋਈ ਚੀਜ਼ ਸਮਝਾਉਣੀ ਹੁੰਦੀ ਹੈ, ਫਰਜ਼ ਕਰੋ ਗੱਡੀ ਬੜੀ ਤੇਜ਼ ਚੱਲਦੀ, ਆਪਾਂ ਕਹਿੰਦੇ ਉਹ ਤੇ ਹਵਾ ਦੀ ਤਰ੍ਹਾਂ ਚੱਲਦੀ ਹੈ, ਮਤਲਬ ਕਿਸੇ ਚੀਜ਼ ਨਾਲ ਉਦਾਹਰਣ ਦੇ ਕੇ ਸਮਝਾਉਣਾ ਪਿਆ। ਘੋੜੇ ਦੀ ਰਫ਼ਤਾਰ ਤੇਜ਼, ਆਪਾਂ ਕਹਿੰਦੇ ਐਨ ਹਵਾ ਤਰ੍ਹਾਂ ਜਾਂਦਾ ਹੈ। ਕੋਈ ਚੀਜ਼ ਬੜੀ ਚਿੱਟੀ ਹੋਵੇ, ਆਪਾਂ ਕਹਿੰਦੇ ਦੁੱਧ ਵਰਗੀ ਚਿੱਟੀ ਹੈ। ਚਿਹਰਾ ਸੋਹਣਾ ਹੋਵੇ, ਆਪਾਂ ਕਹਿੰਦੇ ਚੰਦ ਵਰਗਾ ਮੁਖੜਾ ਹੈ। ਕੋਈ ਦਲੀਲ ਤੇ ਦੇਣੀ ਪੈਂਦੀ ਹੈ। ਤੇਰੀ ਦਲੀਲ ਪਰਮਾਤਮਾ ਕਿਹਦੇ ਨਾਲ ਕਰ ਦਈਏ ਵੀ ਤੂੰ ਜੇ ਰੱਬ ਵੇਖਣਾ ਹੀ ਤੇ ਫਲਾਣੇ ਸਿਓ ਵਰਗਾ ਹੀ ਉਹਦੇ ਵਰਗਾ ਹੈ ਰੱਬ, ਕੋਈ ਤੇਰੇ ਵਰਗਾ ਹੈ ਹੀ ਨਹੀਂ, ਕਿਹਦੇ ਨਾਲ ਤੇਰੀ ਤੁਲਨਾ ਕਰ ਦਈਏ। ਸੋ ਇਸ ਲਈ ਇਕਸ ਤੇ ਬਹੁ ਰੂਪ ਕਰ, ਇੱਕ ਪਰਮਾਤਮਾ ਤੋਂ ਬਹੁਤ ਰੂਪ ਜਿਹੜੇ ਸਾਨੂੰ ਸੰਸਾਰ ਨੂੰ ਦੱਸ ਦਿੱਤੇ। ਕੀ ਕੀਤਾ? ਰਾਸਾਂ ਬਣਾ ਦਿੱਤੀਆਂ, ਰਾਸ ਧਾਰੀਏ ਰਾਸਾਂ ਪਾਉਣ ਲੱਗ ਪਏ। ਕਿਸੇ ਨੇ ਪਰਮਾਤਮਾ ਦਾ ਕਿਸ ਤਰ੍ਹਾਂ ਦਾ ਰੂਪ ਬਣਾ ਕੇ ਆਸਾ ਕੀ ਵਾਰ ਵੀ ਅੰਦਰ ਆਪਾਂ ਸਰਵਣ ਕੀਤਾ ਸੀ, ਕਿਉਂਕਿ ਗੁਰੂ ਕਿਰਪਾ ਨਾਲ ਆਸਾ ਕੀ ਵਾਰ ਦੀ ਵੀ ਲੜੀਵਾਰ ਕਥਾ ਜਿਹੜੀ ਸੀ ਉਹ ਦਾਸ ਨੇ ਕੀਤੀ, ਜੋ ਆਪ ਸੰਗਤਾਂ ਨੇ ਸਰਵਣ ਕਰਕੇ ਆਸੀਸਾਂ ਬਖਸ਼ੀਆਂ। ਉਹਦੇ ਵਿੱਚ ਵੀ ਇਹਨਾਂ ਰਾਸ ਧਾਰੀਆਂ ਦਾ ਕਾਫੀ ਵਿਸਥਾਰ ਜਿਹੜਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਤਾ। ਸੋ ਖੈਰ ਇਸੇ ਤਰ੍ਹਾਂ ਭਾਈ ਸਾਹਿਬ ਵੀ ਇੱਥੇ ਜ਼ਿਕਰ ਕਰਦੇ ਨੇ ਕਿ ਇਹ ਸਾਰੇ ਰਸਾਂ ਨੂੰ ਪਾਉਣ ਵਾਲੇ ਰਾਸ ਧਾਰੀਏ, ਇਹਨਾਂ ਨੇ ਪਰਮਾਤਮਾ ਨੂੰ ਬਹੁ ਰੂਪ ਕਰ, ਬੜੇ ਰੂਪਾਂ ਦੇ ਵਿੱਚ ਕਰਕੇ ਵਰਣਨ ਕੀਤਾ। ਰੂਪ ਕਰੂਪੀ ਘਣੇ ਦਿਖਾਏ, ਇਹਨਾਂ ਨੇ ਪਰਮਾਤਮਾ ਦਾ ਇੱਕ ਤੋਂ ਇੱਕ ਰੂਪ ਦਿਖਾਇਆ, ਉਹਦਾ ਚੰਗਾ ਵੀ ਦਿਖਾਇਆ, ਉਹਦਾ ਮਾੜਾ ਵੀ, ਡਰਾਉਣਾ ਰੂਪ ਵੀ ਦਿਖਾਇਆ ਵੀ ਰੱਬ ਜੀ ਇੰਨਾ ਡਰਾਉਣਾ ਵੀ ਹੈ। ਜਦੋਂ ਕਿਤੇ ਪਰਮਾਤਮਾ ਦਾ ਨਰਸਿੰਘ ਰੂਪ ਇਹ ਬਣਾਉਂਦੇ ਨੇ, ਤੇ ਮਾफ़ ਕਰਿਓ ਸ਼ਾਇਦ ਨਰਸਿੰਘ ਰੂਪ ਉਹਨਾਂ ਡਰਾਵਨਾ ਨਹੀਂ ਸੀ, ਪਰ ਜਦੋਂ ਅੱਜ ਇੱਕ ਰਾਸ ਧਾਰੀਆ ਨਰਸਿੰਘ ਦਾ ਰੂਪ ਧਾਰਨ ਕਰਕੇ ਆਉਂਦਾ ਤੇ ਚੰਗਾ ਭਲਾ ਬੰਦਾ ਉਹ ਤੋਂ ਡਰ ਜਾਂਦਾ, ਉਹ ਇੰਨਾ ਭਿਆਨਕ ਬਣ ਕੇ ਆ ਜਾਂਦਾ। ਸੋ ਇਸ ਤਰ੍ਹਾਂ ਪਰਮਾਤਮਾ ਨੂੰ ਕਈ ਰੂਪਾਂ ਦੇ ਵਿੱਚ ਇਹਨਾਂ ਨੇ ਦਿਖਾਇਆ। ਫਿਰ ਬ੍ਰਾਹਮਣਾਂ ਨੇ ਵੀ ਉਹਦੇ ਕਈ ਰੂਪਾਂ ਦੀ ਵਿਆਖਿਆ ਕੀਤੀ ਜੀ। ਉਹ ਕਦੀ ਕਾਲੀ ਦਾ ਰੂਪ ਧਾਰਦਾ ਹੈ ਜੀ, ਉਹਦਾ ਰੂਪ ਬੜਾ ਭਿਆਨਕ ਹੈ। ਉਹ ਭੈਰੋਂ ਦੇ ਰੂਪ ਵਿੱਚ ਹੈ, ਬੜਾ ਭਿਆਨਕ ਰੂਪ ਹੈ ਜੀ ਉਹਦਾ। ਉਹ ਵਿਰਾਟ ਰੂਪ ਦਾ ਮਾਲਕ ਹੈ, ਉਹ ਇਸ ਤਰ੍ਹਾਂ ਦਾ ਹੈ, ਉਸ ਤਰ੍ਹਾਂ ਦਾ ਹੈ। ਕਈ ਐਸੇ ਦੇਵਤਿਆਂ ਦਾ ਵਰਣਨ ਕਰ ਦਿੱਤੇ ਪਰਮਾਤਮਾ ਦੇ ਪ੍ਰਤੀ ਵੀ ਉਹ ਜੀ ਇਸ ਤਰ੍ਹਾਂ ਦਾ, ਉਹਦੇ ਵੱਡੇ ਦੰਦ ਨੇ, ਉਹਦਾ ਭੈਰੋਂ ਰੂਪ ਹੈ, ਬੜਾ ਵਿਸ਼ਾਲ ਵਿਰਾਟ ਰੂਪ ਹੈ ਉਹਦਾ। ਸੋ ਇਸ ਲਈ ਭਾਈ ਸਾਹਿਬ ਕਹਿੰਦੇ ਉਸ ਇੱਕ ਪਰਮਾਤਮਾ ਦੇ ਕਈ ਰੂਪ ਜਿਹੜੇ ਸੀ ਉਹ ਬਾਹਰੋਂ ਬਣਾ ਕਰਕੇ ਉਹਨੂੰ ਵਰਣਨ ਕਰ ਦਿੱਤਾ। ਪਰ ਅਖੀਰ ਪੰਕਤੀ 'ਚ ਆਪਣਾ ਨਿਰਣਾ ਕਰਕੇ ਦੱਸਦੇ ਨੇ, ਕਲ ਯੁਗ ਅੰਦਰ ਪਰਮ ਭੁਲਾਏ। ਪਰ ਦੁੱਖ ਇਸ ਗੱਲ ਦਾ ਹੈ, ਇਸ ਕਲਯੁਗ ਦੇ ਅੰਦਰ ਹਰ ਇੱਕ ਮਨੁੱਖ ਜਿਹੜਾ ਉਹ ਭਰਮ ਦੇ ਵਿੱਚ ਭੁੱਲ ਗਿਆ। ਜੋ ਜ਼ਿੰਦਗੀ ਦਾ ਆਉਣ ਦਾ ਮਕਸਦ ਸੀ, ਜੋ ਕਾਰਨ ਸੀ ਇਸ ਜ਼ਿੰਦਗੀ ਦਾ, ਉਹ ਕਾਰਨ ਭੁੱਲ ਗਿਆ। ਕੇਵਲ ਭਰਮ ਦੇ ਅੰਦਰ ਪੈ ਗਏ। ਤੇ ਭਰਮ ਕੀ ਸੀ? ਸਾਰੀ ਪੌੜੀ 'ਚ ਆਪਾਂ ਸਰਵਣ ਕੀਤਾ। ਸੰਨਿਆਸੀਆਂ ਨੇ 12 ਪੰਥ ਚਲਾ ਕੇ ਰੱਖ ਦਿੱਤੇ। ਉਸ ਤੋਂ ਬਾਅਦ ਫਿਰ ਕਿਤੇ 4 ਵਰਨ 4 ਆਸ਼ਰਮ ਬਣ ਗਏ। ਜੋਗੀ ਜੰਗਮ ਦਿਗੰਬਰ ਸਰੇਵੜੇ ਆਦਿਕ ਵੱਖ-ਵੱਖ ਹੋ ਗਏ। ਬ੍ਰਾਹਮਣਾਂ ਨੇ ਕਈ ਪ੍ਰਕਾਰ ਦੇ ਵੇਦ ਤੇ ਸ਼ਾਸਤਰਾਂ ਦੇ ਝਗੜੇ ਪਵਾ ਦਿੱਤੇ, ਕਈ ਤਰ੍ਹਾਂ ਦੇ ਪਖੰਡ ਲਾ ਦਿੱਤੇ। ਸੋ ਇਸ ਤਰ੍ਹਾਂ ਸਾਰਾ ਕੁਝ ਕਰ ਲਿਆ, ਪਰ ਆਖਰ ਦੁਨੀਆ ਜਿਹੜੀ ਭਰਮ ਦੇ ਵਿੱਚ ਪੈ ਕੇ ਉਸ ਇੱਕ ਵਾਹਿਗੁਰੂ ਦੇ ਸਿਮਰਨ, ਸਦਾਚਾਰ ਤੇ ਪ੍ਰੇਮਾ ਭਗਤੀ ਦੀ ਥਾਂ ਤੇ ਮਤਭੇਦ ਤੇ ਕਲਾਵਾਦ ਜਿਹੜੇ ਸੀ ਉਹਨਾਂ ਨੇ ਇਹ ਜੀਵਨ ਦੇ ਵਿੱਚ ਜਗ੍ਹਾ ਜਿਹੜੀ ਉਹ ਮੱਲ ਲਈ। ਸੋ ਇਸ ਤਰ੍ਹਾਂ 19 ਪੌੜੀਆਂ ਸੰਪੂਰਨ ਹੁੰਦੀਆਂ। ਅੱਗੇ 20ਵੀਂ ਪੌੜੀ ਵਿੱਚ ਕਿਰਪਾ ਕਰਕੇ ਸਮਝਾਉਂਦੇ ਨੇ ਮੁਸਲਮਾਨੀ ਮੱਤ ਕੀ ਹੈ, ਕਿਉਂਕਿ ਹੁਣ ਤੱਕ ਸਿਰਫ ਵੇਦਾਂ, ਸ਼ਾਸਤਰਾਂ, ਸਿਮਰਤੀਆਂ, ਪੁਰਾਣਾ ਯੁੱਗਾਂ ਦੀ ਬਾਤ ਪਈ। ਮੁਸਲਮਾਨੀ ਮੱਤ ਨੇ ਕੀ ਕੀਤਾ ਸੰਸਾਰ 'ਤੇ, ਹੁਣ ਉਹਦਾ ਜ਼ਿਕਰ ਕਰਕੇ ਕਹਿੰਦੇ, ਬਹੁ ਵਾਟੀ ਜਗ ਚੱਲੀਆਂ ਤਬ ਹੀ ਭਏ ਮੁਹੰਮਦ ਯਾਰਾ। ਭਾਵ 20ਵੀਂ ਪੌੜੀ 'ਚ ਕਹਿੰਦੇ ਨੇ, ਜਦੋਂ ਬਹੁ ਵਾਟੀ ਜਗ ਚੱਲੀਆਂ, ਸੰਸਾਰ ਦੇ ਉੱਤੇ ਬਹੁਤ ਪ੍ਰਕਾਰ ਦੀਆਂ ਵਾਟਾਂ ਜਿਹੜੀਆਂ ਰਾਹ ਚੱਲ ਪਏ। ਵਾਟੀ ਸ਼ਬਦ ਜਿਹੜਾ ਵਾਟਾਂ, ਤੇ ਵਾਟਾਂ ਸ਼ਬਦ ਦਾ ਅਰਥ ਹੁੰਦਾ ਰਸਤਾ। ਰਸਤਾ ਦਾ ਜਿਵੇਂ ਅਸੀਂ ਕਹਿ ਦਈਏ ਰਾਹ, ਸੜਕਾਂ। ਧਰਮ ਦੇ ਵਿੱਚ ਕਈ ਰਾਹ ਜਿਹੜੇ ਸਾਨੂੰ ਸੰਸਾਰ 'ਤੇ ਨਿਕਲ ਆਏ, ਜਿਵੇਂ ਹਿੰਦੂ ਧਰਮ ਵਿੱਚ ਕਈ ਰਾਹ ਨਿਕਲੇ। ਸੋ ਇਸ ਤਰ੍ਹਾਂ ਭਾਈ ਸਾਹਿਬ ਜ਼ਿਕਰ ਕਰਦੇ, ਤਬ ਹੀ ਭਏ ਮੁਹੰਮਦ ਯਾਰਾ। ਜਦੋਂ ਸੰਸਾਰ 'ਤੇ ਬੜੇ ਰਾਹ ਆਪੋ ਤਾਪੀ ਲੋਕ ਤੁਰੇ ਫਿਰਦੇ ਸੀ, ਕੋਈ ਕਿਸੇ ਨੂੰ ਸਮਝ ਨਹੀਂ ਸੀ, ਉਸ ਵਕਤ ਮੁਹੰਮਦ ਜੀ ਦਾ ਜਨਮ ਹੋਇਆ ਹੈ। ਤੇ ਹਜ਼ਰਤ ਅਲੀ ਮੁਹੰਮਦ ਜਿਹੜੇ ਸਨ, ਉਹਨਾਂ ਨੇ ਕੀ ਕੀਤਾ, ਫਿਰ ਸੰਸਾਰ ਦੇ ਉੱਤੇ ਜਦੋਂ ਮੁਹੰਮਦ ਜੀ ਹੋਏ, ਫਿਰ ਉਹਨਾਂ ਦੇ ਯਾਰ ਦਾ ਮਤਲਬ ਜਿਵੇਂ ਉਹਨਾਂ ਦੇ ਦੋਸਤ ਮਿੱਤਰ, ਉਹਨਾਂ ਦੇ ਚੇਲੇ ਬਾਲ ਕੇ, ਜਿਹੜੇ ਉਹਨਾਂ ਦੀ ਸੇਵਾਦਾਰੀ ਚਾਕਰੀ ਦੇ ਵਿੱਚ ਰਹਿੰਦੇ ਸਨ, ਜਿਨ੍ਹਾਂ ਦੇ ਨਾਮ
ਕੁਝ ਕਿਤਾਬਾਂ ਵਿੱਚ ਆਉਂਦੇ ਹਨ। ਭਾਵ ਇੱਥੇ ਯਾਰ ਦਾ ਅਰਥ ਹੈ ਜਿਵੇਂ ਸਦੀਕ, ਅਬੂ ਬਕਰ, ਫਿਰ ਉਸਮਾਨ ਗਨੀ, ਹਜ਼ਰਤ ਅਲੀ ਆਦਿਕ ਜਿਹੜੇ ਸਨ, ਉਮਰਾ ਫੂਕ, ਇਹ ਸਾਰੇ ਜਿਹੜੇ ਸਨ ਇਹ ਮੁਹੰਮਦ ਜੀ ਦੇ ਨਾਲ ਰਹਿਣ ਵਾਲੇ ਸਨ। ਤਾਂ ਤਬ ਹੀ ਭਏ ਮੁਹੰਮਦ ਯਾਰਾ, ਜਦੋਂ ਇਹ ਹੋ ਗਏ ਸਾਰੇ ਉਹਨਾਂ ਦੇ ਸਮੇਤ, ਇਹਨਾਂ ਫਿਰ ਸੰਸਾਰ ਦੇ ਵਿੱਚ ਕੀ ਕੀਤਾ, ਕੌਮ 72 ਸੰਗ ਕਰ, ਬਹੁ-ਬਿਧ ਵੈਰ ਵਿਰੋਧ ਪਸਾਰਾ। ਇਹਨਾਂ ਨੇ ਜਗਤ ਵਿੱਚ ਕਈ ਰਾਹ ਚਲਾ ਦਿੱਤੇ, ਸੜਕਾਂ ਸੀ ਜਦੋਂ ਇਹ ਸਾਰੇ ਆਏ। ਫਿਰ ਕੌਮ 72 ਸੰਗ ਕਰ, ਇਹਨਾਂ ਨੇ ਦੁਨੀਆ ਨੂੰ ਜੋੜਨਾ ਤੇ ਕੀ ਸੀ, ਰਾਹ ਸੜਕਾਂ ਤੇ ਪਹਿਲਾਂ ਹੀ ਬਥੇਰੀਆਂ ਬਣੀਆਂ ਪਈਆਂ ਸੀ, ਲੋਕ ਤੇ ਪਹਿਲਾਂ ਹੀ ਬੌਂਦਲੇ ਪਏ ਸਨ, ਕੋਈ ਸਮਝ ਨਹੀਂ ਸੀ ਕਿ ਇਸ ਰਾਹ 'ਤੇ ਤੁਰਨਾ। ਇਹਨਾਂ ਨੇ 72 ਫਿਰਕੇ ਜਿਹੜੇ ਸੀ ਉਹ ਇਸਲਾਮ ਦੇ ਵਿੱਚ ਪੈਦਾ ਕਰਤੇ। ਮੁਸਲਮਾਨੀ ਕੌਮ ਜਿਹੜੀ ਸੀ ਉਹਨੂੰ 72 ਫਿਰਕਿਆਂ ਦੇ ਵਿੱਚ ਇਹ ਮੁਹੰਮਦ ਦੇ ਯਾਰ ਦੋਸਤ ਚੇਲੇ ਬਾਲ ਕੇ ਅਗਾਂਹ ਜਿਹੜੇ ਹੋਏ, ਇਹਨਾਂ ਨੇ ਕੌਮ ਨੂੰ 72 ਫਿਰਕਿਆਂ ਦੇ ਵਿੱਚ ਵੰਡ ਦਿੱਤਾ, ਜਿਸ ਕਰਕੇ ਬਹੁ-ਬਿਧ ਵੈਰ ਵਿਰੋਧ ਪਸਾਰਾ। ਘਰ ਦੇ ਵਿੱਚ ਕਿਤੇ 2 ਫਿਰਕੇ ਬਣ ਜਾਣ ਤੇ ਉਹ ਆਪਸ ਦੇ ਵਿੱਚ ਖੂਨੀ ਝੜਪਾਂ ਕਰਦੇ ਰਹਿੰਦੇ ਨੇ, ਕਿਤੇ 2 ਧੜੇ ਬਣ ਜਾਣ ਰੱਬ ਨਾ ਕਰੇ ਪਿੰਡ ਦੇ ਵਿੱਚ, ਉਹ ਰੋਜ਼ ਇੱਕ ਦੂਜੇ ਦੇ ਨਾਲ ਖੂਨੀ ਝੜਪਾਂ ਕਰਦੇ। ਜਿੱਥੇ 72 ਧੜੇ ਬਣ ਗਏ ਹੋਣ, ਸੋਚੋ ਉੱਥੇ ਰੋਜ਼ ਕੀ ਕੁਛ ਹੁੰਦਾ ਹੋਵੇਗਾ। ਤੋ ਇਸ ਕਰਕੇ ਕਹਿੰਦੇ ਬਹੁ-ਬਿਧ, ਕਈ ਪ੍ਰਕਾਰ ਦੇ ਨਾਲ ਵੈਰ ਤੇ ਵਿਰੋਧ ਜਿਹੜਾ ਸੀ ਉਹਦਾ ਪਸਾਰਾ ਪਸਰ ਗਿਆ, ਵੈਰ ਵੀ ਵੱਧ ਗਿਆ ਤੇ ਵਿਰੋਧ ਵੀ ਇੱਕ ਦੂਜੇ ਦਾ ਵੱਧ ਗਿਆ। ਉਹ ਕਹਿੰਦਾ ਸਾਡਾ ਫਿਰਕਾ ਚੰਗਾ, ਉਹ ਕਹਿੰਦਾ ਸਾਡਾ। ਥੋੜ੍ਹਾ ਸਮਾਂ ਪਹਿਲਾਂ ਵੀ ਆਪਾਂ ਦੇਖਿਆ ਸੀ ਕਿ ਜਦੋਂ ਸ਼ੇਖ, ਸੁੰਨੀ, ਸ਼ੀਆ ਇਹਨਾਂ ਦੀ ਬਹੁਤ ਵੱਡੀ ਇੱਕ ਮੁਲਕ ਦੇ ਵਿੱਚ ਲੜਾਈ ਹੋਈ ਸੀ ਤੇ ਉਸ ਵਕਤ ਰੋਜ਼ ਮੀਡੀਆ 'ਚ ਪੜ੍ਹਨਾ, ਅੱਜ ਇੰਨੇ ਲੋਕ ਮਾਰੇ ਗਏ, ਸ਼ੇਖ ਜਿਹੜੇ ਉਹਨਾਂ ਨੇ ਸੁੰਨੀਆਂ ਨੂੰ ਮਾਰ ਦਿੱਤਾ, ਕਿਸੇ ਨੇ ਸ਼ੀਆ ਮੁਸਲਮਾਨ ਜਿਹੜੇ ਉਹਨਾਂ ਨੂੰ ਮਾਰ ਦਿੱਤਾ। ਸੋ ਇਸ ਤਰ੍ਹਾਂ ਫਿਰਕਿਆਂ ਦੇ ਵਿੱਚ ਵੈਰ ਵਿਰੋਧ ਜਿਹੜਾ ਉਹ ਵੱਧ ਗਿਆ। ਰੋਜੇ ਈਦ ਨਮਾਜ਼ ਕਰ, ਕਰਮੀ ਬੰਦ ਕੀਆ ਸੰਸਾਰਾ। ਫਿਰ ਕੀ ਕੀਤਾ, 30 ਰੋਜੇ, ਫਿਰ 2 ਈਦਾਂ, 5 ਨਮਾਜ਼ਾਂ, ਕਿਉਂਕਿ 30 ਦਿਨਾਂ ਦਾ ਜਦੋਂ ਰੋਜ਼ਿਆਂ ਦਾ ਮਹੀਨਾ ਆਉਂਦਾ, ਪੂਰੇ 30 ਰੋਜ਼ੇ ਹੁੰਦੇ ਨੇ, 2 ਈਦਾਂ ਆਉਂਦੀਆਂ ਨੇ ਸਾਲ ਵਿੱਚ ਤੇ 5 ਨਮਾਜ਼ਾਂ ਜਿਹੜੀਆਂ ਰੋਜ਼ ਇੱਕ ਮੁਸਲਮਾਨ ਜਿਹੜਾ ਅਦਾ ਕਰਦਾ ਹੈ। ਸੋ ਇਸ ਤਰ੍ਹਾਂ ਇਹ ਬਣਾ ਕੇ ਸੰਸਾਰ ਨੂੰ ਕੈਦ ਕਰ ਦਿੱਤਾ, ਕਿਉਂਕਿ ਕਰਮੀ ਬੰਦ ਕੀਆ ਸੰਸਾਰਾ। ਕਾਹਦੇ 'ਚ ਕੈਦ ਕੀਤਾ, ਕੋਈ ਜੇਲ੍ਹ ਖਾਨਿਆਂ 'ਚ ਨਹੀਂ ਸੰਸਾਰ ਨੂੰ ਪਾਏ, ਇਹਨਾਂ ਕਰਮਾਂ ਦੇ ਬੰਧਨਾਂ ਦੇ ਵਿੱਚ, ਸ਼ਰ੍ਹਾ ਦੇ ਬੰਧਨਾਂ ਦੇ ਵਿੱਚ ਇਹ ਸੰਸਾਰ ਦੇ ਲੋਕ ਜਿਹੜੇ ਸੀ ਇਹਨਾਂ ਨੂੰ ਪਾ ਦਿੱਤਾ। ਭਾਵ ਪ੍ਰੇਮਾ ਭਗਤੀ ਦੀ ਥਾਂ 'ਤੇ ਜਿਸ ਪਾਸੇ ਲਾਉਣਾ ਸੀ ਉਧਰ ਨਾ ਲਾ ਕੇ ਇਹਨਾਂ ਨੂੰ ਫਿਰਕਿਆਂ ਦੀ ਲੜਾਈਆਂ, ਪਾਖੰਡ, ਆਡੰਬਰ ਦੇ ਵਿੱਚ ਕੇਵਲ ਜੋੜ ਦੇਣਾ ਕੀਤਾ। ਪੀਰ ਪੈਗੰਬਰ ਔਲੀਏ, ਗੌਸ ਕੁਤਬ ਬਹੁ ਭੇਖ ਸਵਾਰਾ। ਸੋ ਇਸ ਤਰ੍ਹਾਂ ਪੀਰ, ਪੈਗੰਬਰ, ਔਲੀਏ, ਅਵਤਾਰ, ਗੌਸ ਤੇ ਕੁਤਬ ਆਦਿਕ, ਕਿਉਂਕਿ ਗੌਸ, ਕਤੇਬ, ਕੁਤਬ ਆਦਿਕ ਇਹ ਸਾਰੇ ਜਿਹੜੇ ਸਨ, ਇਹਨਾਂ ਦੇ ਦੁਆਰਾ ਕੀ ਕੀਤਾ, ਇਹਨਾਂ ਨੂੰ ਬਹੁਤੇ ਭੇਖਾਂ ਦੇ ਦਰਜੇ ਦੇ ਦਿੱਤੇ। ਵੱਡੇ ਵੱਡੇ ਜਿਹੜੇ ਸਨ ਇਹਨਾਂ ਨੂੰ ਉੱਚੇ ਮਰਾਤਬੇ ਦਰਜੇ ਦੇਣ ਤੋਂ ਬਾਅਦ ਫਿਰ ਸੰਸਾਰ ਦੇ ਵਿੱਚ ਕੀ ਕਰਕੇ ਰੱਖ ਦਿੱਤਾ, ਇੱਕ ਅਭਿਮਾਨ ਜਿਹੜਾ ਸੀ ਉਹ ਸੰਸਾਰ ਦੇ ਵਿੱਚ ਬਣ ਗਿਆ। ਜਦੋਂ ਕਿਸੇ ਨੂੰ ਦਰਜਾ ਦਿਓ ਤਾਂ ਸੁਭਾਵਿਕ ਹੈ ਉਹਦੇ ਅੰਦਰ ਇੱਕ ਅਹੰਕਾਰ ਜਿਹਾ ਤਾਂ ਬਣਦਾ ਹੈ ਕਿ ਮੇਰੀ ਪੋਸਟ, ਮੇਰੀ ਪਦਵੀ, ਮੇਰਾ ਉੱਚਾ ਦਰਜਾ ਹੈ। ਸੋ ਇਸ ਤਰ੍ਹਾਂ ਜਦੋਂ ਇਹ ਦਰਜੇ ਦੇ ਦਿੱਤੇ ਤਾਂ ਕੁਤਬ ਬਹੁ ਭੇਖ ਸਵਾਰਾ, ਇਹ ਭੇਖ ਸਵਾਰੇ ਜਿਸ ਸਦਕਾ ਅੰਦਰ ਅਭਿਮਾਨ ਵਧਿਆ। ਹੁਣ ਇਹਨਾਂ ਨੇ ਫਿਰ ਕੀ ਕੀਤਾ, ਕਿਉਂਕਿ ਜਿਹੜੇ ਮੁਖੀ ਲੋਕ ਹੁੰਦੇ ਨੇ ਧਰਮ ਦੇ ਵਿੱਚ, ਲੋਕਾਂ ਨੂੰ ਰਾਹ ਪਾਉਣ ਵਾਲੇ ਹੁੰਦੇ, ਉਹਨਾਂ ਨੂੰ ਚਾਹੀਦਾ ਹੁੰਦਾ ਲੋਕਾਂ ਨੂੰ ਚੰਗੇ ਰਾਹ 'ਤੇ ਤੋਰਨ। ਪਰ ਜਦੋਂ ਇਸਲਾਮ ਦੇ ਅੰਦਰ ਇਹ ਲੋਕਾਂ ਨੂੰ ਚੰਗੀਆਂ ਮਰਾਤਬੇ, ਜਿਵੇਂ ਕਾਜੀ ਬਣਾ ਦਿੱਤੇ ਗਏ। ਹੁਣ ਕਾਜੀ ਜੋ ਫਤਵਾ ਲਾ ਦਿੰਦੇ ਸੀ ਲੋਕ ਮਗਰ ਤੁਰ ਪੈਂਦੇ ਸੀ ਕਿ ਹਾਂ ਭਾਈ ਕਾਜੀ ਨੇ ਇਹ ਗੱਲ ਕਹੀ, ਮੰਨਣੀ ਆ ਸੀ। ਤੇ ਫਿਰ ਉਹਨਾਂ ਨੇ ਕੀ ਕਰ ਦਿੱਤਾ, ਠਾਕੁਰ ਦੁਆਰੇ ਢਾਹੇ ਕੈ ਤੇ ਠੌੜੀ ਮਾਸੀਤ ਉਸਾਰਾ। ਠਾਕੁਰਾਂ ਦੇ ਦੁਆਰੇ ਜਿਹੜੇ ਸੀ, ਮੰਦਰ ਜਿਹੜੇ ਸੀ, ਦਿਵਾਲੇ ਜਿਹੜੇ ਸੀ, ਉਹਨਾਂ ਨੂੰ ਢਾਉਣਾ ਸ਼ੁਰੂ ਕਰ ਦਿੱਤਾ। ਜਦੋਂ ਇਸਲਾਮ ਦੇ ਵਿੱਚ ਫਿਰਕਾ ਪ੍ਰਸਤੀ ਹੋਈ, ਉਹਨਾਂ ਨੇ ਆ ਜਿਹੜੇ ਬਣਾ ਦਿੱਤੇ ਨੇ ਪੀਰ, ਪੈਗੰਬਰ, ਔਲੀਏ ਸਾਰੇ, ਉਹਨਾਂ ਨੇ ਫਿਰ ਉਪਦੇਸ਼ ਕਰ ਦਿੱਤਾ ਜੀ ਖੁਦਾ ਦਾ ਹੁਕਮ ਹੈ, ਜੋ ਕਿਸੇ ਨੂੰ ਇਸਲਾਮ ਵਿੱਚ ਲੈ ਕੇ ਆਉਂਦਾ ਹੈ ਉਹ ਖੁਦਾ ਦੇ ਘਰ ਪ੍ਰਵਾਨ ਹੋ ਜਾਂਦਾ ਹੈ। ਤੁਸੀਂ ਇੰਝ ਕਰੋ, ਵੱਧ ਤੋਂ ਵੱਧ ਲੋਕਾਂ ਨੂੰ ਇਸਲਾਮ 'ਚ ਲਿਆਓ। ਬਸ ਇਸੇ ਆੜ ਦੇ ਹੇਠ ਭਗਵਾਨ ਦੇ, ਪਰਮਾਤਮਾ ਦੇ ਦੇਹੁਰੇ ਮੰਦਰ ਜਿਹੜੇ ਸਨ ਉਹ ਗਿਰਾਏ ਜਾਣ ਲੱਗੇ। ਤੇ ਠੌੜੀ ਮਾਸੀਤ ਉਸਾਰਾ, ਅਤੇ ਉਸ ਜਗ੍ਹਾ ਦੇ ਉੱਤੇ ਮਸੀਤਾਂ ਜਿਹੜੀਆਂ ਸਨ, ਉਹ ਮਸਜਿਦਾਂ ਜਿਹੜੀਆਂ ਸਨ
ਉਹ ਬਣਵਾਉਣੀਆਂ ਸ਼ੁਰੂ ਕਰ ਦਿੱਤੀਆਂ। ਅਰਥਾਤ ਇਹ ਲੋਕ ਜਿਹੜੇ ਸਨ ਬੜੇ ਜ਼ਾਲਮ ਹੋ ਗਏ, ਜ਼ੁਲਮੀ ਹੋ ਗਏ। ਬੜੀਆਂ ਮਸੀਤਾਂ ਨੇ ਅੱਜ ਵੀ ਇਸ ਮੁਲਕ 'ਚ ਜਿਹੜੀਆਂ ਮੰਦਰਾਂ ਨੂੰ ਢਾਹ ਕੇ ਬਣਾਈਆਂ ਗਈਆਂ ਮਸੀਤਾਂ ਹਨ। ਸੋ ਇਸ ਤਰ੍ਹਾਂ ਫਿਰ ਉਸ ਤੋਂ ਅਗਲਾ ਜ਼ੁਲਮ ਕੀ ਧਰਤੀ 'ਤੇ ਸ਼ੁਰੂ ਕਰ ਦਿੱਤਾ, ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਵਿਸਥਾਰਾ। ਗਊ ਤੇ ਗਰੀਬ ਨੂੰ ਮਾਰਨਾ ਸ਼ੁਰੂ ਕਰਤਾ। ਇੱਕ ਤਾਂ ਗਊ ਹੱਤਿਆ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਮੁਸਲਮਾਨ ਦੇ ਵਾਸਤੇ ਗਊ ਕੋਈ ਅਹਿਮੀਅਤ ਨਹੀਂ ਰੱਖਦੀ। ਉਹਦੇ ਵਾਸਤੇ ਸਾਰਿਆਂ ਤੋਂ ਵੱਡਾ ਪਾਪ ਹੈ ਜਿਸ ਦਿਨ ਉਹ ਸੂਰ ਦਾ ਮਾਸ ਖਾਂਦਾ ਹੈ। ਅਤੇ ਜਿਹੜਾ ਹਿੰਦੂ ਹੈ ਉਹਦੇ ਵਾਸਤੇ ਗਾਂ ਦਾ ਮਾਸ ਖਾਣਾ ਬੜਾ ਮਾੜਾ ਹੈ। ਤਾਂ ਹੀ ਗੁਰੂ ਬਾਬੇ ਨੇ ਬਾਣੀ ਅੰਦਰ ਇਹਨਾਂ ਦੋਨਾਂ ਨੂੰ ਸਮਝਾਇਆ ਸੀ ਕਿ ਜੇ ਤੂੰ ਹੱਕ ਖਾਨਾ ਹੈ ਕਿਸੇ ਦਾ, ਹਿੰਦੂ ਹੋ ਕੇ ਕਿਸੇ ਦਾ ਹੱਕ ਖਾਨਾ ਹੈ, ਮੁਸਲਮਾਨ ਹੋ ਕੇ ਕਿਸੇ ਦਾ ਹੱਕ ਖਾਨਾ ਹੈ, ਤਾਂ ਯਾਦ ਰੱਖੀ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਸੋ ਇਸ ਤਰ੍ਹਾਂ ਜ਼ਿਕਰ ਕਰਦੇ ਨੇ ਕਿ ਗਊ ਤੇ ਗਰੀਬ ਜਿਹੜਾ ਸੀ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਗਰੀਬਾਂ ਦੀ ਕੋਈ ਸੁਣਵਾਈ ਨਹੀਂ। ਸਰਕਾਰੀ ਦਰਬਾਰੇ ਜਾਂਦੇ ਸਨ, ਪੁੱਛਿਆ ਜਾਂਦਾ ਸੀ ਕੌਣ ਹੈ, ਜੇ ਤਾਂ ਹਿੰਦੂ ਹੈ ਬਸ ਤੇਰੀ ਕੋਈ ਸੁਣਵਾਈ ਨਹੀਂ ਹੈ। ਇਸਲਾਮ ਦੇ ਵਿੱਚ ਆ ਜਾ, ਜੇ ਆ ਜਾਏਗਾ ਤਾਂ ਕੋਈ ਨਾ ਕੋਈ ਫੈਸਲਾ ਤੇਰੇ ਪੱਖ 'ਚ ਹੋ ਜਾਏਗਾ। ਅਤੇ ਜੇ ਤੂੰ ਇਸਲਾਮ 'ਚ ਨਹੀਂ ਆਉਂਦਾ, ਭਾਵੇਂ ਸਾਰੇ ਸਬੂਤ ਤੇਰੇ ਕੋਲ ਨੇ, ਸਾਰਾ ਫੈਸਲਾ ਤੇਰੇ ਹੱਕ 'ਚ ਢੁਕਦਾ ਪਿਆ, ਪਰ ਫਿਰ ਵੀ ਤੇਰੇ ਹੱਕ 'ਚ ਫੈਸਲਾ ਦਿੱਤਾ ਨਹੀਂ ਜਾ ਸਕਦਾ। ਇਸ ਤਰ੍ਹਾਂ ਦਾ ਮਾਹੌਲ ਸੀ ਇਸ ਧਰਤੀ ਦੇ ਉੱਤੇ। ਸੋ ਇਸ ਤਰ੍ਹਾਂ ਧਰਤੀ ਉੱਪਰ ਪਾਪ ਵਿਸਥਾਰਾ। ਇਹਨਾਂ ਨੇ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਅਕਿਰਤ ਕਣ ਹੋ ਕੇ ਗਰੀਬ ਆਦਿਕ ਜਿਹੜੇ ਸਨ, ਜੀਵ ਜੰਤੂ ਫਿਰ ਗਊ ਆਦਿਕ ਜਿਹੜੇ ਸਨ, ਉਹਨਾਂ ਦੇ ਘਾਤਕ ਹੋ ਗਏ ਇਹ ਲੋਕ। ਧਰਤੀ ਦੇ ਉੱਤੇ ਸਾਰੇ ਪਾਪੇ ਦਾ ਵਰਤਿਆ ਪਾਸਾਰਾ ਵਾਲੀ ਬਾਤ ਹੋਈ। ਕਾਫਰ, ਮੁਲਹਿਦ, ਉਰਮਨੀ, ਰੂਮੀ, ਜੋਗੀ, ਦੁਸ਼ਮਨਦਾਰਾ। ਸੋ ਫਿਰ ਉਸ ਤੋਂ ਅਗਾਂਹ ਕਾਫਰ ਤੇ ਮੁਲਹਿਦ। ਮੁਲਹਿਦ ਅਰਥ ਹੁੰਦਾ ਬੇਈਮਾਨ। ਕਾਫਰ ਤੇ ਬੇਈਮਾਨ ਇਹ ਵੈਰ ਦੇ ਦੋ ਭੇਦ ਨੇ। ਸੋ ਇਸ ਤਰ੍ਹਾਂ ਰੂਮੀ ਤੇ ਅਰਮੀਨੀ ਆਦਿਕ ਜਿਹੜੇ ਰੂਮ ਆਦਿਕ ਦੇਸ਼ ਸਨ, ਉੱਧਰ ਦੇ ਵਸਣ ਵਾਲੇ ਲੋਕ ਜਿਹੜੇ ਸਨ, ਇਹ ਦੇਸ਼ ਭੇਦ ਕਰਕੇ ਜੰਗ ਤੇ ਇਸਤਰੀ ਭਾਵ ਜੰਗੀ ਦੁਸ਼ਮਨਦਾਰਾ। ਇਹ ਜੰਗ ਅਤੇ ਦਾਰਾ ਦਾ ਅਰਥ ਹੁੰਦਾ ਇਸਤਰੀ। ਇਸਤਰੀ ਦਾ ਇਹ ਵੈਰ ਕਰਨਾ ਜਿਹੜਾ ਸੀ, ਇਹ ਕੁਕਰਮ ਜਿਹੜੇ ਸੀ ਸੰਸਾਰ 'ਤੇ ਪਸਰ ਗਏ। ਭਾਵ ਇੱਕ ਤਾਂ ਕਾਫਰ ਤੇ ਮੁਲਹਦ ਜਿਹੜੇ ਸੀ, ਭਾਵ ਇੱਥੇ ਕਹਿਣ ਦਾ ਇਹ ਹੈ ਕਿ ਜਿਹੜੇ ਕਾਫਰ ਤੇ ਬੇਈਮਾਨ ਲੋਕ ਸਨ, ਇਹਨਾਂ ਦੇ ਨਾਲ ਵੈਰ, ਇਹਨਾਂ ਨੂੰ ਮਾਰਨਾ ਕੁੱਟਣਾ ਜਿਹੜਾ ਉਹ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਰੂਮੀ ਤੇ ਇਰਮਨੀ ਜਿਹੜੇ ਲੋਕ ਸਨ, ਭਾਸ਼ਾ ਦੇ ਹਿਸਾਬ ਨਾਲ, ਦੇਸ਼ ਵੰਡ ਦੇ ਹਿਸਾਬ ਨਾਲ ਉਹਨਾਂ ਦੇ ਨਾਲ ਵਿਤਕਰਾ ਹੋਣਾ ਸ਼ੁਰੂ ਹੋ ਗਿਆ। ਉਸ ਤੋਂ ਉਪਰੰਤ ਫਿਰ ਉਹਨਾਂ ਨੂੰ ਜਦੋਂ ਦੁਸ਼ਮਣ ਸਮਝ ਲਿਆ, ਇਸਤਰੀ ਜਿਹੜੀ ਸੀ, ਇਸਤਰੀ ਦੇ ਨਾਲ ਵੀ ਇਹਨਾਂ ਨੇ ਵੈਰ ਕਰਨਾ ਸ਼ੁਰੂ ਕੀਤਾ। ਭਾਵ ਔਰਤ ਨੂੰ ਬਹੁਤ ਜ਼ਿਆਦਾ ਕੁਕਰਮੀ ਹੋ ਕੇ ਔਰਤ ਦਾ ਜੀਵਨ ਜਿਹੜਾ ਉਹ ਤਬਾਹ ਕਰਨ ਲੱਗ ਗਏ। ਕੋਈ ਪੁੱਛਦਾ ਨਹੀਂ ਹੈ। ਪਾਪੇ ਦਾ ਵਰਤਿਆ ਵਰਤਾਰਾ। ਅਖੀਰ ਭਾਈ ਸਾਹਿਬ ਜੀ 20ਵੀਂ ਇਸ ਪਾਵਨ ਪੌੜੀ ਦੀ ਸੰਪੂਰਨਤਾ ਕਰਦਿਆਂ ਕਹਿੰਦੇ ਨੇ, ਸਾਰੇ ਪਾਸੇ ਕੇਵਲ ਉਸ ਪਾਪ ਦਾ ਵਰਤਾਰਾ ਜਿਹੜਾ ਉਹ ਵਰਤਣ ਲੱਗਾ। ਭਾਵ ਜਿੱਥੇ ਕਿੱਥੇ ਨਿਗਾਹ ਮਾਰਦੇ ਆ ਕੇਵਲ ਪਾਪ ਹੀ ਪਾਪ ਹੈ। ਜਿੱਧਰ ਨਿਗਾਹ ਮਾਰਦੇ ਹਾਂ ਮਨੁੱਖ ਬੇਝਿਜਕ ਹੋ ਕੇ ਪਾਪ ਕਰ ਰਿਹਾ। ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਇਸ ਤਰ੍ਹਾਂ ਦਾ ਪਸਾਰਾ ਪਸਰ ਗਿਆ ਹੈ, ਮਨੁੱਖ ਦੀਆਂ ਅੱਖਾਂ ਦੇ ਸਾਹਮਣੇ ਪਾਪ ਹੁੰਦਾ ਹੈ, ਪਰ ਕੋਈ ਨਾ ਕਿਸੇ ਵਰਜਾ ਹੀ, ਕੋਈ ਕਿਸੇ ਨੂੰ ਵਰਜਦਾ ਹੀ ਨਹੀਂ, ਕੋਈ ਰੋਕਦਾ ਹੀ ਨਹੀਂ। ਉਸ ਵਕਤ ਵੀ ਨਹੀਂ ਸੀ ਰੋਕਦਾ। ਅੱਜ ਦੇ ਹਾਲਾਤ ਵੀ ਇਸੇ ਤਰ੍ਹਾਂ ਦੇ ਆ। ਭਾਈ ਅਸੀਂ ਕੀ ਲੈਣਾ ਦੇਣਾ। ਬੜੇ ਲੋਕ ਇਸ ਤਰ੍ਹਾਂ ਨੇ ਜਿਹੜੇ ਕਹਿੰਦੇ ਹਾਂ ਮੈਨੂੰ ਪਤਾ ਹੈ, ਉਹ ਇੰਝ ਕਰਦਾ ਹੈ, ਮੈਂ ਦੇਖਿਆ ਹੈ, ਮੈਨੂੰ ਧਿਆਨ ਹੈ, ਪਰ ਆਪਾਂ ਕਿਹਾ ਚੱਲ ਛੱਡ। ਇਹ ਜਦੋਂ ਚੱਲ ਛੱਡ ਜਦੋਂ ਅਸੀਂ ਕਹਿ ਦਿੰਦੇ, ਇਹਦਾ ਮਤਲਬ ਇਹ ਨਹੀਂ ਹੁੰਦਾ ਜਦੋਂ ਅਸੀਂ ਅਰਦਾਸ ਦੇ ਵਿੱਚ ਸ਼ਬਦ ਪੜ੍ਹਦੇ ਨਾ, ਦੇਖ ਕੇ ਅਣਡਿੱਠ ਕੀਤਾ, ਅਤੇ ਇਸ ਗੱਲ ਨੂੰ ਆਪਣੇ ਆਪ 'ਤੇ ਇੰਝ ਨਾ ਟੁਕਾ ਦਿਆ ਕਰੀਏ ਵੀ ਜੋ ਤੂੰ ਦੇਖਦਾ ਪਿਆ ਉਹਨੂੰ ਅਣਡਿੱਠ ਕਰੀ ਜਾ ਅਤੇ ਤੂੰ ਬੜਾ ਵੱਡਾ ਸਿੱਖ ਹੋ ਜਾਏਗਾ। ਐਸਾ ਨਹੀਂ। ਹੁਣ ਕਿਸੇ 'ਤੇ ਜ਼ੁਲਮ ਹੋ ਰਿਹਾ, ਤੂੰ ਦੇਖ ਕੇ ਅਣਡਿੱਠ ਕਰਕੇ ਕਵੇਂ ਮੈਂ ਬੜਾ ਕਮਾਈ ਵਾਲਾ ਸਿੱਖ ਹਾਂ, ਮੈਂ ਦੇਖ ਕੇ ਅਣਡਿੱਠ ਕਰਨ ਲੱਗ ਗਿਆ। ਕਿਸੇ ਦੀ ਇੱਜ਼ਤ ਜਾਂਦੀ ਹੈ ਅਤੇ ਇਹ ਸ਼ਬਦ ਕਹਿ ਦਿੱਤਾ ਜਾਵੇ ਬਹੁਤ ਕਮਾਈ ਵਾਲਾ ਹਾਂ। ਕਿਉਂ? ਕਿਉਂਕਿ ਮੈਂ ਜੋ ਦੇਖਦਾ ਮੈਂ ਉਹਨੂੰ ਅਣਡਿੱਠ ਕਰ ਲੈਂਦਾ ਹਾਂ। ਸੋ ਇਸ ਤਰ੍ਹਾਂ ਜ਼ਿਕਰ ਕਰਦੇ ਨੇ ਕਿ ਸੰਸਾਰ ਦੇ ਉੱਤੇ ਸਾਰੇ ਪਾਸੇ ਪਾਪ ਦਾ ਵਰਤਾਰਾ, ਪਾਪ ਦਾ ਪਾਸਾਰਾ ਜਿਹੜਾ ਸੀ ਉਹ ਵਰਤਣ ਲੱਗਾ ਹੈ।
ਇਸ ਤੋਂ ਉਪਰੰਤ ਫਿਰ 21ਵੀਂ ਪੌੜੀ ਦੇ ਵਿੱਚ ਫਿਰ ਜ਼ਿਕਰ ਕਰਦੇ ਨੇ, ਚਾਰ ਵਰਨ ਚਾਰ ਮਜ਼ਹਬਾਂ ਜੁਗ ਵਿੱਚ ਹਿੰਦੂ ਮੁਸਲਮਾਨ। ਜੱਗ ਵਿੱਚ ਭਾਵ ਇਸ ਜਗਤ ਦੇ ਵਿੱਚ ਚਾਰ ਵਰਨ ਹੋ ਗਏ, ਚਾਰ ਅੱਗੇ ਮਜ਼ਹਬ ਹੋ ਗਏ। ਇਹ ਚਾਰ ਮਜ਼ਹਬ ਭਾਵ ਕਿ ਇਸਲਾਮ ਜਿਹੜਾ ਸੀ ਉਹਦੇ ਚਾਰ ਮਜ਼ਹਬ ਨੇ, ਅਤੇ ਹਿੰਦੂ ਜਿਹੜੇ ਨੇ ਉਹਨਾਂ ਦੇ ਅੰਦਰ ਚਾਰ ਵਰਨ ਸਨ। ਜਿਸ ਤਰ੍ਹਾਂ ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਅਤੇ ਮੁਸਲਮਾਨਾਂ ਦੇ ਅੰਦਰ ਵੀ ਇਸ ਤਰ੍ਹਾਂ ਚਾਰ ਉਹਨਾਂ ਦੇ ਆਪਣੇ ਮਜ਼ਹਬ ਜਿਹੜੇ ਸਨ ਉਹ ਬਣੇ ਹੋਏ ਨੇ। ਹੁਣ ਕੀ ਹੋਇਆ, ਖੁਦੀ ਬਖੀਲੀ ਤਕਬਰੀ ਖਿੰਚੋ ਤਾਨ ਕਰਨ ਧਿਆਣੇ। ਇਹ ਸਾਰੇ ਖੁਦੀ, ਬਖੀਲੀ, ਫਿਰ ਹੰਕਾਰ, ਤਕਬਰੀ, ਹੰਕਾਰੀ ਹੋ ਕੇ, ਖਿੱਚੋ ਤਾਨ ਖਿੱਚਾ ਖਿੱਚੀ ਭਾਵ ਕਰਨ ਧਿਆਣੇ, ਧੱਕੇ ਇੱਕ ਦੂਜੇ ਦੇ ਨਾਲ ਸ਼ੁਰੂ ਕਰ ਦਿੱਤੇ। ਉਹਨੂੰ ਖਿੱਚਦਾ, ਸਾਡੇ ਧਰਮ 'ਚ ਆ ਜਾ, ਉਹ ਉਹਨੂੰ ਖਿੱਚਦਾ ਸੀ। ਸੋ ਇਸ ਤਰ੍ਹਾਂ ਜ਼ਿਆਦਾ ਇਹ ਖਿੱਚਾ ਧੂਈ ਜਿਹੜੀ ਫਿਰ ਧਰਮਾਂ ਨੂੰ ਲੈ ਕੇ ਜਾਂ ਆਪਣੇ ਫਿਰਕਿਆਂ ਦੇ ਵਿੱਚ ਵੀ, ਜ਼ਰੂਰੀ ਨਹੀਂ ਹਿੰਦੂ ਮੁਸਲਮਾਨ ਨੂੰ ਖਿੱਚੇ, ਮੁਸਲਮਾਨ ਹਿੰਦੂ ਨੂੰ, ਫਿਰਕੇ ਇੱਕੋ ਧਰਮ ਦੇ ਫਿਰਕੇ ਹੀ ਆਪਸ ਦੇ ਵਿੱਚ ਇੱਕ ਦੂਜੇ ਨੂੰ ਧੂਈ ਫਿਰਦੇ ਸਨ। ਫਿਰ ਇੱਕ ਹੋਰ ਅਰਥ ਕਰਾਂ ਤਾਂ ਜਿਸ ਤਰ੍ਹਾਂ ਅੱਜ ਵੀ ਇੱਕ ਦੂਜੇ ਦੀਆਂ ਲੱਤਾਂ ਲੋਕ ਖਿੱਚਦੇ ਨੇ, ਆਖਰ ਲੋਕ ਤੇ ਉਹੀ ਨੇ, ਬਦਲਿਆ ਤਾਂ ਕੁਛ ਵੀ ਨਹੀਂ। ਜੇ ਅਸੀਂ ਪਿਛਾਂਹ ਨੂੰ ਤੁਰੇ ਜਾਂਦੇ ਹਾਂ, ਉਹੀ ਮਨੁੱਖ ਹੈ ਜਿਹੜਾ ਅੱਜ ਤੋਂ 500 ਸਾਲ ਪਹਿਲਾਂ ਜਿਉਂਦਾ ਸੀ। ਸੋ ਇਸ ਤਰ੍ਹਾਂ ਅੱਜ ਵੀ ਲੋਕ ਇਸ ਤਰ੍ਹਾਂ ਇੱਕ ਦੂਜੇ ਨੂੰ ਖਿੱਚਦੇ ਫਿਰਦੇ ਨੇ ਲੱਤਾਂ। ਸੋ ਇਸ ਤਰ੍ਹਾਂ ਭਾਈ ਸਾਹਿਬ ਜ਼ਿਕਰ ਕਰਦੇ, ਖੁਦੀ ਬਖੀਲੀ ਤਕਬਰੀ ਖਿੰਚੋ ਤਾਨ ਕਰਨ ਧਿਆਣੇ। ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨ। ਮੁਸਲਮਾਨ ਜਿਹੜੇ ਸਨ ਉਹਨਾਂ ਨੇ ਆਪਣਾ ਮੱਕਾ ਅਤੇ ਕਾਬਾ ਜਿਹੜਾ ਸੀ ਉਹ ਖੁਦਾ ਦਾ ਘਰ ਮੰਨ ਲਿਆ। ਗੰਗਾ ਅਤੇ ਬਨਾਰਸ ਕਾਂਚੀ ਜਿਹੜੀ ਸੀ, ਹਿੰਦੂਆਂ ਨੇ ਇਹਨਾਂ ਨੂੰ ਆਪਣਾ ਤੀਰਥ ਸਥਾਨ ਜਿਹੜਾ ਉਹ ਮਿਥ ਲਿਆ ਹੈ, ਉਹ ਮੰਨ ਲਿਆ ਹੈ। ਸੁੰਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੋਭਾਣੇ। ਮੁਸਲਮਾਨ ਨੇ ਆਪਣਾ ਚਿੰਨ੍ਹ ਜਿਹੜਾ ਸੀ, ਆਪਣੀ ਨਿਸ਼ਾਨੀ ਜਿਹੜੀ ਸੀ ਉਹ ਸੁੰਨਤ ਠਹਿਰਾ ਲਈ, ਵੀ ਸੁੰਨਤ ਕਰ ਲਈ ਅਤੇ ਮੁਸਲਮਾਨ ਹੋ ਗਿਆ। ਅਤੇ ਭਾਈ ਗੁਰਦਾਸ ਜੀ ਨੇ ਵੀ ਇੱਥੇ ਬੜਾ ਪਿਆਰਾ ਜ਼ਿਕਰ ਕੀਤਾ ਹੈ। ਪਰ ਜਦੋਂ ਭਗਤਾਂ ਦੀ ਬਾਣੀ ਪੜ੍ਹਦੇ ਹੋ ਅਤੇ ਉੱਥੇ ਭਗਤ ਕਬੀਰ ਜੀ ਨੇ ਬੜੀ ਸੋਹਣੀ ਇੱਕ ਚੋਟ ਮਾਰੀ ਕਿ ਜੇ ਸੁੰਨਤ ਕਰਨ ਦੇ ਨਾਲ ਤੂੰ ਮੁਸਲਮਾਨ ਹੋ ਜਾਏਗਾ ਤਾਂ ਔਰਤ ਕਾ ਕਿਆ ਕੀਜੈ, ਫਿਰ ਤੂੰ ਔਰਤ ਦਾ ਕੀ ਕਰ ਸਕਦਾ, ਕਿਉਂਕਿ ਉਹ ਤਾਂ ਹੁਣ ਉਹਦੀ ਤਾਂ ਸੁੰਨਤ ਨਹੀਂ ਹੁੰਦੀ, ਅਤੇ ਫਿਰ ਇਹਦਾ ਮਤਲਬ ਉਹ ਇਸਲਾਮ 'ਚ ਹੀ ਨਹੀਂ ਆ ਸਕਦੀ, ਉਹ ਮੁਸਲਮਾਨ ਹੀ ਨਹੀਂ ਹੈ। ਸੋ ਖੈਰ ਇੱਥੇ ਜ਼ਿਕਰ ਕੀਤਾ ਹੈ, ਮੁਸਲਮਾਨ ਨੇ ਆਪਣੀ ਨਿਸ਼ਾਨੀ ਜਿਹੜੀ ਉਹ ਸੁੰਨਤ ਮੰਨ ਲਈ। ਤਿਲਕ ਅਤੇ ਜੰਜੂ ਜਿਹੜਾ ਸੀ ਇਹ ਹਿੰਦੂ, ਇਹਨਾਂ ਨੂੰ ਪ੍ਰੀਤ ਕਰਨ ਲੱਗਾ, ਆਪਣੀ ਨਿਸ਼ਾਨੀ ਮੰਨ ਲਈ ਹੈ। ਰਾਮ ਰਹੀਮ ਕਹਾਏਂਦੇ ਇੱਕ ਨਾਮ ਦੋਏ ਰਾਹ ਪੁਲਾਣੇ। ਉਹ ਕਹਿੰਦੇ ਨੇ, ਹਿੰਦੂ ਕਹਿੰਦੇ ਸਾਡਾ ਰਾਮ ਰਾਮ ਹੈ, ਮੁਸਲਮਾਨ ਕਹਿੰਦੇ ਨੇ ਸਾਡਾ ਰਹੀਮ ਹੈ। ਇਹ ਇੱਕ ਨਾਮ ਪਰਮਾਤਮਾ ਦੇ ਇੱਕ ਹੀ ਹੈ, ਉਹਦੇ ਨਾਮ ਜਿਹੜੇ ਸਨ ਦੋ ਰੱਖ ਕਰਕੇ ਇੱਕ ਨਾਮ, ਇੱਕ ਹੀ ਨਾਮ ਹੈ ਪਰਮਾਤਮਾ ਦਾ, ਇੱਕੋ ਹੀ ਹੈ, ਪਰ ਇਹਨਾਂ ਨੇ ਵੱਖ ਵੱਖ ਰੂਪ 'ਚ ਉਹਦੇ ਕਈ ਨਾਂ ਰੱਖ ਕੇ, ਇੱਥੇ ਦੋ ਨਾਂ ਰੱਖ ਕੇ, ਦੋਏ ਰਾਹ ਭੁਲਾਣੇ, ਦੋ ਰਾਹਾਂ ਦੇ ਵਿੱਚ ਭੁੱਲ ਗਏ। ਉਹਨਾਂ ਨੇ ਵੱਖਰਾ ਰਾਹ ਪਕੜ ਲਿਆ, ਉਹਨਾਂ ਨੇ ਵੱਖਰਾ, ਉਹ ਕਹਿੰਦੇ ਇਹ ਰਾਹ ਖੁਦਾ ਦੇ ਘਰ ਜਾਂਦਾ ਹੈ, ਉਹ ਕਹਿੰਦੇ ਇਹ ਰਾਹ ਜਿਹੜਾ ਭਗਵਾਨ ਦੇ ਘਰ ਜਾਂਦਾ ਹੈ, ਪਰਮਾਤਮਾ ਦੇ ਘਰ ਜਾਂਦਾ ਹੈ। ਵੇਦ ਕਤੇਬ ਭੁਲਾਏ ਕੈ ਮੋਹੇ ਲਾਲਚ ਦੁਨੀ ਸੈਤਾਣੇ। ਹਿੰਦੂ ਵੇਦਾਂ ਦਾ ਸਿਧਾਂਤ ਭੁੱਲ ਗਏ, ਮੁਸਲਮਾਨ ਕਤੇਬਾਂ ਦਾ, ਕੁਰਾਨਾਂ ਦਾ ਸਿਧਾਂਤ ਜਿਹੜਾ ਉਹ ਭੁੱਲ ਗਏ। ਭਾਵੇਂ ਇਹਨਾਂ ਧਰਮ ਦੇ ਝਗੜਿਆਂ 'ਚ ਪੈ ਗਏ। ਜੋ ਵੇਦਾਂ ਨੇ ਕਿਹਾ ਸੀ ਕਿ ਤੂੰ ਬ੍ਰਹਮ ਸਰੂਪ ਹੈ, ਬ੍ਰਹਮ ਨੂੰ ਜਾਣ, ਬ੍ਰਹਮ ਨੂੰ ਮਾਣ, ਬ੍ਰਹਮ ਵਿੱਚ ਅਭੇਦ ਹੋ, ਉਹ ਵੇਦਾਂ ਨੂੰ ਭੁੱਲ ਗਏ। ਅਤੇ ਉਹਨਾਂ ਦੇ ਕਤੇਬਾਂ ਕੁਰਾਨਾਂ ਨੇ ਜੋ ਉਹਨਾਂ ਨੂੰ ਸਿਧਾਂਤ ਦਿੱਤਾ ਸੀ ਉਹਨੂੰ ਭੁੱਲ ਕੇ ਮੋਹੇ ਲਾਲਚ ਦੁਨੀ ਸੈਤਾਣੇ, ਸ਼ੈਤਾਨ ਰੂਪ ਹੋ ਕਰਕੇ ਦੁਨੀਆ ਦੇ ਲਾਲਚ ਵਿੱਚ ਫਸ ਗਏ ਹਨ। ਸੱਚ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਮਣ ਮੌਲਾਣੇ। ਸੱਚ ਤਾਂ ਇੱਕ ਪਾਸੇ ਹੀ ਰਹਿ ਗਿਆ, ਸੱਚ ਦਾ ਹੋਕਾ ਹੀ ਇੱਕ ਪਾਸੇ ਰਹਿ ਗਿਆ। ਸੱਚ ਕੀ ਹੁੰਦਾ ਹੈ ਉਹਦੇ ਤੋਂ ਤਾਂ ਬੜੀ ਦੂਰ ਹੋ ਕੇ ਆਪਸ ਦੇ ਵਿੱਚ ਬਾਹਮਣ ਅਤੇ ਮੌਲਾਣੇ ਜਿਹੜੇ ਸਨ ਖਹਿ ਖਹਿ ਮਰਨ ਲੱਗੇ, ਵਿਚਾਰਾਂ ਕਰਕੇ, ਜਿਵੇਂ ਕਹਿ ਲਓ ਇੱਕ ਦੂਜੇ ਨਾਲ ਖਹਿਣ ਲੱਗ ਪਏ, ਧਰਮ ਕਰਕੇ, ਨਹੀਂ ਜੀ ਇਹ ਫਲਾਣੇ ਧਰਮ ਦਾ, ਬਿਨਾਂ ਮਤਲਬ ਤੋਂ ਇੱਕ ਦੂਜੇ ਦੇ ਨਾਲ ਖਹਿਬਾਜੀ, ਇੰਝ ਕਹਿ ਲਓ ਕੁੱਕੜਾਂ ਵਾਂਗੂ ਲੋਕ ਲੜਨ ਲੱਗੇ। ਸੋ ਇੱਥੇ ਭਾਈ ਸਾਹਿਬ ਕਹਿੰਦੇ ਨੇ ਖਹਿ ਖਹਿ ਕੇ ਇੱਕ ਦੂਜੇ ਨਾਲ ਲੜਾਈਆਂ, ਧਰਮਾਂ, ਫਿਰਕਾ ਪ੍ਰਸਤੀ ਦੀਆਂ ਲੜਾਈਆਂ ਲੜ ਕੇ ਮਰਨ ਲੱਗੇ ਹਨ। ਸਿਰੋਂ ਨਾ ਮਿਟੇ ਆਵਣ ਜਾਣੇ। ਸੋ ਅਖੀਰ ਜ਼ਿਕਰ ਕਰਦੇ ਨੇ ਕਿ ਸਿਰ ਤੋਂ ਕਿਸੇ ਦੇ ਵੀ 84 ਦਾ ਗੇੜ ਜਿਹੜਾ ਉਹ ਨਹੀਂ ਮਿਟਿਆ ਹੈ। ਭਾਵ ਜਿਸ ਕਾਰਜ ਵਾਸਤੇ ਸੰਸਾਰ 'ਤੇ ਆਏ,
84 ਦਾ ਗੇੜ ਮਿਟ ਜਾਂਦਾ ਛੁੱਟ ਜਾਂਦੇ, ਉਹ ਤਾਂ ਸਿਰੋਂ ਮਿਟਿਆ ਨਹੀਂ, ਬਸ ਬਾਕੀ ਆ ਸਾਰੀਆਂ ਲੜਾਈਆਂ ਝਗੜੇ ਜਿਹੜੇ ਇਹਨਾਂ ਦੇ ਵਿੱਚ ਪੈ ਗਏ। ਭਾਵ ਅਰਥ ਇਹ ਹੈ, ਜਿਹਨੂੰ ਗੁਰੂ ਬਾਬਾ ਬਾਣੀ 'ਚ ਬਚਨ ਕਹਿੰਦੇ, ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚੱਖਣਾ ਝਾਕ। ਲੇਖੇ ਦੇ ਵਿੱਚ ਕੇਵਲ ਇੱਕ ਗੱਲ ਪੈਂਦੀ ਹੈ, ਉਹ ਸਮਝ ਨਹੀਂ ਆਈ, ਉਸ ਤੋਂ ਬਿਨਾਂ ਤੇ ਫਿਰ ਆ ਬਾਕੀ ਜਿਹੜਾ ਸਾਰਾ ਕੁਝ ਸੀ ਇਹ ਚੱਕ ਮਾਰਨਾ ਸੀ। ਇਸ ਤਰ੍ਹਾਂ ਹਿੰਦੂ ਮੁਸਲਮਾਨਾਂ ਦੇ ਵਿੱਚ ਫਰੂਆਤ ਵਿੱਚ ਫਸ ਜਾਣਾ, ਸੱਚ ਨੂੰ ਹੱਥੋਂ ਗਵਾ ਲੈਣਾ, ਸੱਚ ਦਾ ਹੋਕਾ ਜ਼ਿੰਦਗੀ ਨੇ ਬੰਦ ਕਰ ਦੇਣਾ। ਭਾਵ ਇਹੀ ਹੈ ਕਿ ਪ੍ਰੇਮਾ ਭਗਤੀ ਜਿਹੜੀ ਹੈ ਉਹ ਮਨੁੱਖਾਂ ਦੇ ਵਿੱਚ ਨਹੀਂ ਰਹੀ। ਪ੍ਰੇਮਾ ਭਗਤੀ ਮਨੁੱਖਾਂ 'ਚੋਂ ਖਤਮ ਹੋ ਗਈ। ਕੇਵਲ ਪਾਖੰਡ ਆਡੰਬਰ ਜਿਹੜਾ ਸੀ ਇਹਨੇ ਪਸਾਰ ਲਿਆ। ਇਹ ਹਿੰਦੂ ਮੁਸਲਮਾਨ ਦੇ ਪਰਸਪਰ ਸਲੂਕ ਦਾ ਰੂਪ ਜਿਹੜਾ ਸੀ, ਸੰਸਾਰ ਦੇ ਵਿੱਚ ਜਿਹੜੀ ਇੱਕ ਦੂਜੇ ਦੇ ਪ੍ਰਤੀ ਗਿਲਾਨੀ ਅੰਦਰ ਪੈਦਾ ਹੋਈ ਹੈ, ਨਫ਼ਰਤ ਜੀ ਪੈਦਾ ਹੋਈ ਹੈ। ਸੋ ਭਾਈ ਸਾਹਿਬ ਜੀ ਨੇ ਇਹਨਾਂ ਦੋਨਾਂ ਧਿਰਾਂ ਦਾ ਜਿਹੜਾ ਵਿਤੰਡਾਵਾਦ ਸੀ ਨਾ, ਇੱਕ ਦੂਜੇ ਨਾਲ ਚਰਚਾ, ਇੱਕ ਦੂਜੇ ਨਾਲ ਝਗੜਾ, ਇਹਨਾਂ ਦਿਖਾਵੇ ਦੇ ਕੰਮਾਂ ਵਿੱਚ ਇਹ ਲੋਕ ਫਸੇ ਹੋਏ ਸਨ। ਸੋ ਇਸ ਪੌੜੀ ਦੇ ਅੰਦਰ ਭਾਈ ਸਾਹਿਬ ਨੇ ਉਹਦਾ ਜ਼ਿਕਰ ਕੀਤਾ। ਸੋ 21 ਪੌੜੀਆਂ ਸੰਪੂਰਨ ਹੋਈਆਂ ਨੇ। ਭੁੱਲਾਂ ਦੀ ਖਿਮਾ, ਸਾਹਿਬ ਜੀ ਸਮੱਤ ਦੀ ਦਾਤ ਬਖਸ਼ ਕੇ ਨਿਵਾਜਣਾ ਕਰਨ। ਸੱਚ ਕਿਨਾਰੇ ਰਹਿ ਗਿਆ, ਕਹਿ ਮਰਦੇ ਬਾਮਣ ਮੌਲਾਣੇ, ਸਿਰੋਂ ਨਾ ਮਿਟੇ ਆਵਣ ਜਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।